ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਓਤ ਪੋਤ ਸੇਵਕ ਸੰਗ ਰਾਤਾ, ਪ੍ਰਭ ਪ੍ਰਤਪਾਲੇ ਸੇਵਕ ਸੁਖ ਦਾਤਾ। ਪਾਣੀ ਪੱਖਾ ਪੀਸੋ ਸੇਵਕ ਕੈ, ਠਾਕੁਰ ਹੀ ਕਾ ਆਹਰ ਜੀਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇ ਪਾਵਨ ਅੰਗ 101 ਔਰ 2 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਸ਼ਬਦਾਂ, ਪਾਵਨ ਬਚਨਾਂ ਦੇ ਰਾਹੀਂ ਜੋ ਸਤਿਗੁਰੂ ਜੀ ਨੇ ਉਪਦੇਸ਼, ਜੋ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ, ਉਹਦੇ ਵਿੱਚ ਮਾਲਕ ਪਾਤਸ਼ਾਹ ਜੀ ਇੱਕ ਸੇਵਕ ਦਾ ਪ੍ਰੇਮ ਆਪਣੇ ਪਿਆਰੇ ਦੇ ਨਾਲ ਔਰ ਉਸ ਪਿਆਰੇ ਦੀ ਦਇਆਲਤਾ ਤੇ ਉਹਦੀ ਕਿਰਪਾਲਤਾ ਆਪਣੇ ਸੇਵਕ ਦੇ ਉੱਤੇ, ਇਸ ਭਾਵ ਨੂੰ ਅੱਜ ਸਤਿਗੁਰੂ ਜੀ ਪ੍ਰਗਟ ਕਰ ਰਹੇ ਕਿ ਕਿਵੇਂ ਇੱਕ ਸੇਵਕ ਜਿਹੜਾ ਹੈ ਉਹ ਆਪਣੇ ਠਾਕੁਰ ਤੋਂ, ਆਪਣੇ ਮਾਲਕ ਤੋਂ ਕੁਰਬਾਨ ਜਾਂਦਾ ਹੈ ਔਰ ਫਿਰ ਉਹ ਮਾਲਕ ਜਿਹੜਾ ਹੈ ਉਹ ਮਾਲਕ ਵੀ
ਆਪਣੇ ਸੇਵਕ ਦੇ ਉੱਤੇ ਬੜੀ ਰਹਿਮਤ ਬੜੀ ਕਿਰਪਾ ਵਰਤਾਉਂਦਾ ਹੈ। ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਜ਼ਿਕਰ ਕੀਤਾ ਕਿ ਇੱਕ ਸੇਵਕ ਕਿਵੇਂ ਆਪਣੇ ਮਾਲਕ ਦੇ ਨਾਲ ਇੱਕਮਿਕ ਹੋ ਜਾਂਦਾ ਹੈ, ਕਿਵੇਂ ਆਪਣੇ ਸਾਹਿਬ ਦੇ ਵਿੱਚ ਸਮਾ ਜਾਂਦਾ ਹੈ, ਲੀਨ ਹੋ ਜਾਂਦਾ ਹੈ। ਪਹਿਲੋਂ ਤੇ ਉਹਦੀ ਲੀਨਤਾ ਦੀ ਬਾਤ ਸਤਿਗੁਰੂ ਕਰਦੇ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਜ਼ਿਕਰ ਕਰਦੇ ਹਾਂ, ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਵਰ ਦੇ ਅੰਦਰ ਲੀਨਤਾ ਦੀ ਬਾਤ ਕਰਦੇ। ਸੇਵਕ ਜਿਹੜਾ ਹੈ ਜਾਂ ਤੇ ਲੋਕ ਵਿਖਾਵੇ ਵਾਸਤੇ ਹੋਏਗਾ ਤੇ ਜਾਂ ਅਕਾਲ ਪੁਰਖ ਪਰਮੇਸ਼ਵਰ ਦੇ ਅੰਦਰ ਲੀਨ ਹੋਏਗਾ। ਜਿਹੜਾ ਲੋਕ ਵਿਖਾਵੇ ਵਾਸਤੇ ਹੈ ਉਹਦਾ ਹਰ ਕਰਮ ਲੋਕਾਂ ਨੂੰ ਵਿਖਾਉਣ ਵਾਸਤੇ ਹੋਏਗਾ, ਲੋਕਾਂ ਨੂੰ ਰਿਝਾਉਣ ਵਾਸਤੇ ਹੋਏਗਾ। ਔਰ ਜਿਹਦਾ ਪਰਮੇਸ਼ਵਰ ਨਾਲ ਪ੍ਰੇਮ ਹੈ, ਪਿਆਰ ਹੈ, ਉਹਦਾ ਹਰ ਕਰਮ ਉਹਦੇ ਰੱਬੀ ਪ੍ਰੇਮ ਨੂੰ, ਰੱਬੀ ਪਿਆਰ ਨੂੰ, ਰੱਬੀ ਭਾਵ ਨੂੰ ਪ੍ਰਗਟ ਕਰੇਗਾ। ਫਿਰ ਉੱਥੇ ਲੋਕ ਵਿਖਾਵਾ ਨਹੀਂ ਜਾਂ ਲੋਕਾਂ ਨੂੰ ਰਿਝਾਉਣ ਵਾਸਤੇ ਨਹੀਂ, ਉੱਥੇ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਰਿਝਾਉਣ ਵਾਸਤੇ, ਪ੍ਰਭੂ ਜੀ ਦੀ ਪ੍ਰਸੰਨਤਾ ਵਾਸਤੇ ਕਰਮ ਹੋਏਗਾ। ਔਰ ਸਮਾਜਿਕ ਤੌਰ ਦੇ ਉੱਤੇ ਜਦੋਂ ਆਪਾਂ ਇਸ ਚੀਜ਼ ਨੂੰ ਵੇਖਦੇ ਹਾਂ ਤੇ ਬਹੁਤਾਤ ਜ਼ੋਰ ਜਿਹੜਾ ਹੈ ਉਹ ਲੋਕਾਂ ਨੂੰ ਪ੍ਰਸੰਨ ਕਰਨ ਵਿੱਚ ਲੱਗਾ ਹੋਇਆ ਹੈ, ਅਕਾਲ ਪੁਰਖ ਪਰਮੇਸ਼ਵਰ ਨੂੰ ਨਹੀਂ। ਸ਼ਾਇਦ ਇੱਕ ਕਾਰਨ ਇਹ ਵੀ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਕਿਹੜਾ ਸਾਨੂੰ ਨਜ਼ਰੀ ਪੈ ਰਿਹਾ ਹੈ, ਜਾਂ ਉਹ ਪਰਮੇਸ਼ਵਰ, ਉਹ ਪ੍ਰਭੂ ਨੇ ਕਿਹੜਾ ਆ ਕੇ ਸਾਡੇ ਅਸਲੀਅਤ, ਸਾਡੇ ਅਸਲੇ ਦੇ ਬਾਰੇ ਲੋਕਾਂ ਨੂੰ ਦੱਸਣਾ ਹੈ। ਇੱਕ ਇਹ ਵੀ ਕਾਰਨ ਹੈ ਕਿ ਲੋਕਾਂ ਨੂੰ ਪ੍ਰਸੰਨ ਕਰਨ ਵਿੱਚ ਲੱਗੇ ਨੇ, ਨਾ ਕਿ ਪਰਮੇਸ਼ਵਰ ਦੀ ਪ੍ਰਸੰਨਤਾ ਵਾਸਤੇ। ਕਿਉਂਕਿ ਲੋਕਾਂ ਨੂੰ ਪ੍ਰਸੰਨ ਕਰਾਂਗੇ ਤੇ ਲੋਕ ਜਾ ਕੇ ਦੂਸਰੇ ਤੱਕ ਦੱਸਣਗੇ। ਪਰਮੇਸ਼ਵਰ ਜੀ ਨੂੰ ਪ੍ਰਸੰਨ ਕਰੀਏ ਨਾ ਕਰੀਏ, ਰੱਬ ਨੂੰ ਨਾ ਤੇ ਅਸੀਂ ਵੇਖਿਆ ਤੇ ਨਾ ਰੱਬ ਨੇ ਕਿਸੇ ਨੂੰ ਆ ਕੇ ਦੱਸਣਾ ਵੀ ਇਹ ਕਿਦਾਂ ਦਾ ਹੈ। ਸ਼ਾਇਦ ਇਹ ਕਾਰਨ ਹੈ ਜਿਸ ਕਰਕੇ ਕਿ ਜੀਵ ਅਕਾਲ ਪੁਰਖ ਪਰਮੇਸ਼ਵਰ ਦੇ ਪ੍ਰੇਮ ਤੋਂ, ਪਿਆਰ ਤੋਂ ਸਖਣਾ ਤੇ ਵਾਂਝਾ ਰਹਿ ਜਾਂਦਾ ਹੈ। ਸਤਿਗੁਰੂ ਜੀ ਨੇ ਆਖਿਆ ਅੱਜ ਜਿਹੜਾ ਰੱਬੀ ਸੇਵਕ ਹੈ, ਰੱਬੀ ਪਿਆਰਾ ਹੈ, ਕਿ ਉਹ ਆਪਣੇ ਅਕਾਲ ਪੁਰਖ ਪਰਮੇਸ਼ਵਰ, ਆਪਣੇ ਪ੍ਰਭੂ ਦੇ ਅੰਦਰ ਤਾਣੇ ਪੇਟੇ ਦੇ ਵਾਂਗੂ ਸਮਾ ਜਾਂਦਾ ਹੈ। ਮਤਲਬ ਇਸ ਤਰ੍ਹਾਂ ਦੀ ਲੀਨਤਾ ਹਾਸਲ ਕਰ ਲੈਂਦਾ ਹੈ ਜਿਸ ਲੀਨਤਾ ਦੇ ਵਿੱਚੋਂ ਲੀਨ ਹੋਏ ਨੂੰ ਵੀ ਵੱਖ ਕਰਨਾ ਵੱਖਰੀ ਇੱਕ ਨਾਮੁਮਕਿਨ ਬਾਤ ਹੈ, ਤੇ ਜਿਸ ਵਿੱਚ ਲੀਨਤਾ ਹਾਸਲ ਕੀਤੀ ਹੈ ਉਹਨੂੰ ਵੀ ਉਹਦੇ ਵਿੱਚੋਂ ਵੱਖ ਕਰ ਦੇਣਾ ਇੱਕ ਨਾਮੁਮਕਿਨ ਬਾਤ ਹੈ। ਜਿਹਨੂੰ ਆਪਾਂ ਜਦੋਂ ਸਾਹਿਬ ਜੀ ਕੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਤੇ ਪਾਵਨ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਾਂ, ਸਤਿਗੁਰੂ ਜਲ ਔਰ ਦੁੱਧ ਦੇ ਪ੍ਰੇਮ ਦੀ ਬਾਤ ਕਰਦੇ ਨੇ। ਬਾਣੀ ਦੇ ਅੰਦਰ ਜ਼ਿਕਰ ਕਰਦੇ ਹਾਂ, ਸਤਿਗੁਰੂ ਜੀ ਮਛਲੀ ਦੇ ਨਾਲ, ਮਛਲੀ ਦਾ ਨੀਰ ਨਾਲ ਪ੍ਰੇਮ ਦਾ ਜ਼ਿਕਰ ਕਰਦੇ। ਸਾਹਿਬ ਜੀ ਜ਼ਿਕਰ ਕਰਦਿਆਂ ਹੋਇਆਂ ਭੌਰੇ ਦਾ, ਕਮਲ ਦੇ ਫੁੱਲ ਨਾਲ ਪ੍ਰੇਮ ਦਾ ਜ਼ਿਕਰ ਕਰਦੇ ਨੇ। ਪਰ ਇਹ ਸਾਰੀਆਂ ਜਦੋਂ ਵੇਖਾਂਗੇ ਤੇ ਇੱਕ ਪਾਸੜ ਪ੍ਰੀਤਾਂ, ਇੱਕ ਪਾਸੇ ਪ੍ਰੇਮ ਵਾਲੀਆਂ ਨੇ, ਜਿਹਦੇ ਵਿੱਚ ਮੱਛੀ ਤੇ ਪਾਣੀ ਤੋਂ ਬਿਨਾਂ ਮਰ ਜਾਂਦੀ ਹੈ, ਪਰ ਮੱਛੀ ਦੇ ਮਰ ਜਾਣ ਦਾ ਪਾਣੀ ਨੂੰ ਕੋਈ ਅਫਸੋਸ ਨਹੀਂ। ਜਿਹਦੇ ਵਿੱਚ ਕਮਲ ਤੇ ਭੌਰੇ ਉੱਤੇ ਆਪਾ ਸਮਰਪਿਤ ਕਰ ਜਾਂਦਾ ਹੈ, ਭੌਰਾ ਤੇ ਮਰ ਜਾਂਦਾ ਹੈ ਪਰ ਭੌਰੇ ਦਾ ਮਰਨ ਨਾਲ ਕਮਲ ਦੇ ਫੁੱਲ ਨੂੰ ਕੋਈ ਅਫਸੋਸ ਨਹੀਂ ਹੈ। ਜਦੋਂ ਆਪਾਂ ਜ਼ਿਕਰ ਕਰਾਂਗੇ ਜਿਵੇਂ ਚੰਨ ਦੀ ਚਕੋਰ ਨਾਲ ਪ੍ਰੀਤ ਹੈ, ਚਕੋਰ ਚੰਨ ਦੇ ਕਰਕੇ ਮਰ ਜਾਂਦੀ ਹੈ, ਆਪਾ ਸਮਰਪਿਤ ਕਰ ਜਾਂਦੀ ਹੈ। ਚਕੋਰ ਨੇ ਆਪਣਾ ਆਪਾ ਸਮਰਪਿਤ ਕੀਤਾ, ਆਪਣਾ ਆਪਾ ਵਾਰ ਦਿੱਤਾ, ਪਰ ਚੰਨ ਨੂੰ ਉਹਦੇ ਮਰਨ ਨਾਲ ਕੋਈ ਫਰਕ ਨਹੀਂ ਪਿਆ। ਚੰਦਰਮਾ ਉਸੇ ਤਰ੍ਹਾਂ ਆਕਾਸ਼ ਦੇ ਅੰਦਰ ਚਮਕ ਰਿਹਾ ਹੈ। ਬਾਪੂ ਜੀ ਨੇ ਜਦੋਂ ਜ਼ਿਕਰ ਕੀਤਾ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਸੇਵਕ ਦੇ ਪ੍ਰੇਮ ਦਾ ਬਾਤ ਕੀਤੀ,
ਤੇ ਉਹ ਸੇਵਕ ਦਾ ਪ੍ਰੇਮ ਐਸਾ ਬਣ ਜਾਂਦਾ ਹੈ ਜੈਸਾ ਮੱਛੀ ਦਾ ਨੀਰ ਨਾਲ ਹੈ, ਭੌਰੇ ਦਾ ਜਿਵੇਂ ਕਮਲ ਦੇ ਫੁੱਲ ਨਾਲ ਹੈ, ਪਤੰਗੇ ਦਾ ਜਿਵੇਂ ਦੀਵੇ ਦੀ ਲਾਟ ਨਾਲ ਹੈ, ਚੰਦਰਮਾ ਦੇ ਨਾਲ ਜਿਵੇਂ ਚਕੋਰ ਦਾ ਪ੍ਰੇਮ ਹੈ। ਪਰ ਇਸ ਪ੍ਰੀਤ ਅੰਦਰ ਇੱਕ ਖਾਸੀਅਤ ਹੈ, ਜਿਵੇਂ ਚੰਦਰਮਾ ਨੂੰ ਕੋਈ ਫਰਕ ਨਹੀਂ, ਕਮਲ ਦੇ ਫੁੱਲ ਨੂੰ ਕੋਈ ਚਿੰਤਾ ਜਾਂ ਕੋਈ ਫਰਕ ਨਹੀਂ ਪਿਆ, ਪਾਣੀ ਨੂੰ ਕੋਈ ਮਤਲਬ ਨਹੀਂ ਹੈ, ਮੱਛੀਆਂ ਭਾਵੇਂ ਰੋਜ਼ਾਨਾ ਉਹਦੇ ਤੋਂ ਬਿਨਾਂ ਮਰਦੀਆਂ ਰਹਿਣ, ਪਰ ਰੱਬੀ ਪਿਆਰੇ ਦੀ ਜਦੋਂ ਬਾਤ ਕਰਦੇ ਹਾਂ, ਰੱਬ ਦੀ ਬਾਤ ਕਰਦੇ ਹਾਂ, ਰੱਬ ਦਾ ਜਿਵੇਂ ਅਕਾਲ ਪੁਰਖ ਪਰਮੇਸ਼ਵਰ ਦੇ ਅੰਦਰ ਉਹਦੇ ਸੇਵਕ ਨੇ ਲੀਨਤਾ ਹਾਸਲ ਕੀਤੀ ਹੈ। ਸੇਵਕ ਉੱਤੇ ਕਿਸੇ ਪ੍ਰਕਾਰ ਦਾ ਦੁੱਖ ਆਏ, ਸੇਵਕ ਉੱਤੇ ਕਿਸੇ ਪ੍ਰਕਾਰ ਦਾ ਕਸ਼ਟ ਆਏ ਤੇ ਉਹਦੀ ਦੁੱਖ ਤੇ ਉਹਦੀ ਤਕਲੀਫ ਪਰਮੇਸ਼ਵਰ ਵੀ ਮਹਿਸੂਸ ਕਰਦਾ ਹੈ। ਇਹ ਇਸ ਪ੍ਰੇਮ ਦੀ ਇੱਕ ਖਾਸੀਅਤ ਹੈ। ਇਸੇ ਕਰਕੇ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵਾਹਿਗੁਰੂ ਜਿਹੜਾ ਹੈ ਆਪਣੇ ਸੇਵਕਾਂ ਦੀ ਸੰਭਾਲ ਕਰਦਾ ਹੈ, ਪਰਮੇਸ਼ਵਰ ਆਪਣੇ ਸੇਵਕਾਂ ਨੂੰ ਸੰਭਾਲਦਾ ਹੈ, ਕਿਉਂਕਿ ਉਹਦੇ ਸੇਵਕ ਉਹਦੇ ਵਿੱਚ ਲੀਨ ਇਸ ਢੰਗ ਦੇ ਨਾਲ ਨੇ ਜਿਵੇਂ ਇੱਕ ਤਾਣਾ ਪੇਟਾ ਹੋਵੇ। ਮਤਲਬ ਜਿਹਨੂੰ ਆਪਾਂ ਜਪਜੀ ਦੇ ਅੰਦਰ ਸੀਤੋ ਸੀਤਾ ਮਹਿਮਾ ਮਾਹੀ ਪੜ੍ਹ ਕੇ ਆਏ ਹਾਂ, ਉਹ ਉਸੇ ਤਰ੍ਹਾਂ ਦੇ ਤਾਣੇ ਪੇਟੇ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਵੇਂ ਸੀਤੋ ਸੀਤਾ ਉੱਥੇ ਕਿਹਾ, ਸਤਿਗੁਰੂ ਜੀ ਇੱਥੇ ਉਸੇ ਚੀਜ਼ ਨੂੰ ਜ਼ਿਕਰ ਕਰਦੇ ਆ, ਓਤ ਪੋਤ ਕਹਿ ਰਹੇ, ਮਤਲਬ ਇੱਕ ਮਿਕ ਹੋ ਜਾਣਾ। ਸੀਤੋ ਸੀਤਾ ਤੋਂ ਭਾਵ ਵੀ ਤਾਣਾ ਪੇਟਾ, ਓਤ ਪੋਤ ਤੋਂ ਭਾਵ ਵੀ ਤਾਣਾ ਪੇਟਾ। ਜਿਵੇਂ ਆਪਾਂ ਅਕਸਰ ਇਸ ਚੀਜ਼ ਦਾ ਜ਼ਿਕਰ ਕਰਦੇ ਆ, ਉਦਾਹਰਨ ਦਿੰਦੇ ਆ, ਧਾਗੇ ਦੀਆਂ ਤੰਦਾਂ ਦਾ ਜ਼ਿਕਰ ਕੀਤਾ ਜਾਂਦਾ, ਕੱਪੜੇ ਦੀਆਂ ਤੰਦਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਹੁਣ ਕੱਪੜੇ ਦੀ ਹੋਂਦ ਜਿਹੜੀ ਹੈ ਉਹ ਦੋਨਾਂ ਤਰ੍ਹਾਂ ਦੇ ਧਾਗਿਆਂ ਨਾਲ ਹੈ, ਇੱਕ ਸਿੱਧੇ ਤੌਰ ਦੇ ਉੱਤੇ ਨੇ ਔਰ ਇੱਕ ਲੰਮੇ ਤੌਰ ਦੇ ਉੱਤੇ ਨੇ। ਹੁਣ ਇਹਨਾਂ ਦੋਨਾਂ ਦੇ ਮਿਲਾਪ ਤੋਂ ਬਿਨਾਂ ਕੱਪੜੇ ਦੀ ਹੋਂਦ ਨਹੀਂ ਹੈ। ਜੇ ਇਨਸਾਨ ਕਵੇ ਵੀ ਮੈਂ ਸਿੱਧੀਆਂ ਲਾਈਨਾਂ ਧਾਗੇ ਖਿੱਚੀ ਜਾਵਾਂ ਤੇ ਕੱਪੜਾ ਬਣ ਜਾਏਗਾ, ਨਹੀਂ, ਉਹਦੇ ਵਿੱਚ ਦੂਜੇ ਪਾਸੇ ਨੂੰ ਵੀ ਉਹਨਾਂ ਧਾਗਿਆਂ ਦੀ ਵਰਤੋਂ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਪਰਮੇਸ਼ਵਰ ਜੀ ਦੇ ਪਿਆਰੇ ਤੇ ਰੱਬੀ ਪ੍ਰੇਮ ਦੀ ਬਾਤ ਹੈ, ਰੱਬ ਜੀ ਦੇ ਪਿਆਰ ਦੀ ਬਾਤ ਹੈ। ਸਾਹਿਬ ਕਹਿੰਦੇ ਓਤ ਪੋਤ ਸੇਵਕ ਰੰਗ ਰਾਤਾ, ਜਿਹੜਾ ਪਰਮੇਸ਼ਵਰ ਦਾ ਸੇਵਕ ਹੈ ਉਹ ਇੱਕਮਿਕ ਹੋ ਕੇ ਹਰ ਵਕਤ ਪ੍ਰਭੂ ਜੀ ਦੇ ਰੰਗ ਵਿੱਚ ਰਤਿਆ ਰਹਿੰਦਾ ਹੈ, ਰੱਬੀ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ, ਔਰ ਉਹ ਪ੍ਰਭ ਪ੍ਰਤਪਾਲੇ ਸੇਵਕ ਸੁਖ ਦਾਤਾ। ਜਿੱਥੇ ਪਿਆਰਾ ਆਪਣੇ ਸੇਵਕ ਜਿਹੜਾ ਉਹ ਆਪਣੇ ਪਿਆਰੇ ਵਿੱਚ ਲੀਨ ਹੈ, ਉਥੇ ਪਿਆਰਾ ਜਿਹੜਾ ਉਹ ਆਪਣੇ ਸੇਵਕ ਦੀ ਫਿਰ ਪ੍ਰਤਪਾਲਣਾ ਕਰਦਾ, ਸੰਭਾਲ ਕਰਦਾ ਹੈ। ਕਿਸੇ ਵੀ ਪ੍ਰਕਾਰ ਦਾ ਨਾ ਤੇ ਦੁੱਖ ਆਉਣ ਦਵੇ, ਦੁੱਖ ਵਿੱਚ ਵੀ ਉਹਦਾ ਜਿਹੜਾ ਕਹਿ ਲਈਏ ਹਮਦਰਦ ਬਣ ਕੇ ਖੜੋ ਜਾਂਦਾ ਹੈ। ਦੁੱਖ ਦੇ ਅੰਦਰ ਉਹਦੇ ਦੁੱਖ ਨੂੰ ਆਪਣੇ ਉੱਤੇ ਝੱਲਦਾ ਹੈ, ਆਪਣੇ ਉੱਤੇ ਹੰਡਾਉਂਦਾ ਹੈ। ਹਰ ਪ੍ਰਕਾਰ ਦੇ ਨਾਲ ਉਹਨੂੰ ਸਹਾਰਾ, ਉਹਨੂੰ ਆਸਰਾ ਤੇ ਉਹਨੂੰ ਧੀਰਜ ਦਿੰਦਾ ਹੈ ਪਿਆਰਾ ਆਪਣੇ ਸੇਵਕ ਨੂੰ। ਜਦੋਂ ਆਪਾਂ ਰੱਬੀ ਪ੍ਰੇਮ ਦੀ ਬਾਤ ਕਰਦੇ ਹਾਂ, ਜਿਨ੍ਹਾਂ ਨੇ ਪਰਮੇਸ਼ਵਰ ਨਾਲ ਪ੍ਰੇਮ ਬਣਾਇਆ, ਪ੍ਰੇਮ ਬਣਾਉਣ ਵਾਲਿਆਂ ਦੀ ਜਦੋਂ ਪੱਤ ਦੀ ਵਾਰੀ ਆਈ, ਇੱਜ਼ਤ ਦੀ ਵਾਰੀ ਆਈ, ਤੇ ਰੱਬ ਜੀ ਫਿਰ ਉੱਥੇ ਪੱਤ ਉੱਥੇ ਇੱਜ਼ਤ ਰੱਖਦੇ ਨੇ। ਜਿਵੇਂ ਆਪਾਂ ਜਦੋਂ ਬਾਪੂ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਬਾਪੂ ਜੀ ਦੀ ਬਾਣੀ ਪੜ੍ਹਦੇ ਹਾਂ, ਇੱਕ ਬਚਨ ਸਾਡੇ ਸਾਹਮਣੇ ਭਗਤ ਨਾਮਦੇਵ ਜੀ ਦਾ ਆਉਂਦਾ ਹੈ, ਜਿੱਥੇ ਉਹ ਜ਼ਿਕਰ ਕਰਦੇ ਆ, ਆਖਦੇ ਕਿ ਪਰਮੇਸ਼ਵਰ ਮੈਨੂੰ ਪੁੱਛ ਰਿਹਾ ਹੈ ਕਿ ਭਾਈ ਦੱਸ, ਜੇ ਤੂੰ ਆਖੇ ਤੇ ਧਰਨ ਜਿਹੜੀ ਹੈ, ਧਰਤੀ ਜਿਹੜੀ ਹੈ, ਇਹਨੂੰ ਉਲਟੀ ਕਰਦੇ ਆ, ਜਾਂ ਆਕਾਸ਼ ਨੂੰ ਧਰਤੀ ਉੱਤੇ, ਧਰਤੀ ਜਿਹੜੀ ਹੈ ਉਹ ਆਕਾਸ਼ ਉੱਤੇ ਚੜਾ ਦਿੱਤੀ ਜਾਏ, ਆਕਾਸ਼ ਹੇਠਾਂ ਸੁੱਟ ਦਿੱਤਾ ਜਾਏ, ਜਿਵੇਂ ਤੂੰ ਆਖੇ ਉਸੇ ਪ੍ਰਕਾਰ ਆਪਾਂ ਕਰ ਦਿਆਂਗੇ। ਜਾਂ ਆਪਾਂ ਮਾਲਕ ਜੀ ਕੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਸਾਹਿਬ ਜੀ ਦੀ ਬਾਣੀ ਅੰਦਰ ਮਾਲਕ ਜੀ ਜ਼ਿਕਰ ਕਰਦੇ ਆ, ਆਖਦੇ ਕਿ ਉਹ ਪਰਮੇਸ਼ਵਰ ਐਸਾ ਦਇਆਲੂ ਹੈ ਕਿ ਆਪਣੇ ਸੇਵਕਾਂ ਦੀ, ਆਪਣੇ ਨਾਲ ਪ੍ਰੇਮ ਕਰਨ ਵਾਲਿਆਂ ਦੀ ਹਰ ਵਕਤ ਇੱਜ਼ਤ ਤੇ ਪੱਤ ਜਿਹੜੀ ਉਹ ਢੱਕ ਕੇ ਰੱਖਦਾ ਹੈ। ਕਿਸੇ ਵੀ ਪ੍ਰਕਾਰ ਉਹ ਆਪਣੇ ਸੇਵਕਾਂ ਨੂੰ ਬੇਇੱਜ਼ਤ ਨਹੀਂ ਹੋਣ ਦਿੰਦਾ, ਕਿਸੇ ਵੀ ਪ੍ਰਕਾਰ ਉਹ ਆਪਣੇ ਸੇਵਕਾਂ ਦੀ ਬੇਪੱਤੀ ਨਹੀਂ ਹੋਣ ਦਿੰਦਾ। ਹਰ ਪ੍ਰਕਾਰ ਦੇ ਨਾਲ ਉਹ ਆਪਣੇ ਸੇਵਕਾਂ ਦੀ ਪੱਤ, ਆਪਣੇ ਪਿਆਰਿਆਂ ਦੀ ਪੱਤ ਜਿਹੜੀ ਉਹਨੂੰ ਢੱਕ ਕੇ ਰੱਖਦਾ ਹੈ। ਜਾਂ ਇਉਂ ਕਹਿ ਲਓ, ਉਹ ਪ੍ਰੇਮ ਦਾ ਵਸਤਰ ਦੇ ਕੇ ਨਿਵਾਜਦਾ ਹੈ। ਜਿਸ ਪ੍ਰੇਮ ਦੇ ਵਸਤਰ ਦੀ ਸੰਭਾਲ ਕਰਦੇ ਆ ਉਹਦਾ ਪਿਆਰਾ, ਉਹਦਾ ਸੇਵਕ, ਉਹਨੂੰ ਸੰਭਾਲਦਿਆਂ ਹੋਇਆਂ ਆਪਣੀ ਪੱਤ, ਆਪਣੀ ਇੱਜ਼ਤ ਉਹਦੇ ਪ੍ਰੇਮ ਨਾਲ ਢੱਕ ਕੇ ਰੱਖਦਾ ਹੈ। ਜਦੋਂ ਅਸੀਂ ਪਰਮੇਸ਼ਵਰ ਨਾਲ ਪ੍ਰੇਮ ਪਾਉਂਦੇ ਆ ਤੇ ਰੱਬ ਵੀ ਫਿਰ ਇੱਕ ਜ਼ਿੰਮੇਵਾਰੀ ਸਮਝਦਾ ਹੋਇਆ
ਆਪਣੇ ਸੇਵਕਾਂ ਦੀ, ਆਪਣੇ ਪਿਆਰਿਆਂ ਦੀ ਪੱਤ ਜਿਹੜੀ ਉਹਨੂੰ ਸਦਾ ਢੱਕ ਕੇ ਰੱਖਦਾ ਹੈ। ਜਿਹਨੂੰ ਆਪਾਂ ਅਕਸਰ ਵਿਚਾਰਦੇ ਆਂ, ਵਚਨ ਸਾਂਝੇ ਕਰਦੇ ਆਂ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੋਂ ਰੱਖਦਾ ਆਇਆ। ਰੱਬ ਜੀਓ ਤੂੰ ਆਪਣੇ ਸੇਵਕਾਂ ਦੀ, ਆਪਣੇ ਭਗਤਾਂ ਦੀ ਹਮੇਸ਼ਾ ਰੱਖਦਾ ਹੈ। ਔਰ ਜਦੋਂ ਵੀ ਸੇਵਕਾਂ ਨੂੰ ਲੋੜ ਪਈ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਪੱਤ ਢੱਕ ਕੇ ਰੱਖੀ ਉਹਨੇ, ਕਿਸੇ ਵੀ ਪ੍ਰਕਾਰ ਉਹ ਆਪਣੇ ਸੇਵਕਾਂ ਦੀ ਬੇਪਤੀ ਨਹੀਂ ਹੋਣ ਦਿੰਦਾ। ਜਿਵੇਂ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਆਂ, ਪਾਵਨ ਬਾਣੀ ਦੇ ਅੰਦਰ ਜ਼ਿਕਰ ਕਰਦੇ ਆਂ, ਆਖਦੇ ਲੈ ਕੰਬਲੀ ਚੱਲਿਓ ਪਲਟਾਏ, ਦੇਹੁਰੇ ਪਾਸ਼ਾ ਬੈਠਾ ਆਏ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦੇਹੁਰਾ ਫਿਰੈ। ਉਹ ਪਰਮੇਸ਼ਵਰ ਹਰ ਵਕਤ ਆਪਣੇ ਸੇਵਕਾਂ ਦੀ, ਆਪਣੇ ਪਿਆਰਿਆਂ ਦੀ ਇੱਜ਼ਤ ਤੇ ਪੱਤ ਰੱਖਦਾ। ਜਿਹਨੂੰ ਬਾਪੂ ਜੀ ਦੀ ਬਾਣੀ ਅੰਦਰ ਜਦੋਂ ਭੱਟ ਸਾਹਿਬਾਨ ਬੋਲੇ ਤੇ ਉਹਨਾਂ ਜ਼ਿਕਰ ਕੀਤਾ ਕਿ हे अकाल पुरख परमेश्वर जियो, अब राखो दास भाट की लाज। जैसे राखी भगत प्रहलाद की, हरनाक्ष फारे कर आज। सो दामा अपदाते राखिया। रब जियो जिमें आप जी ने उन्हां नूं इज्जत ते उन्हां नूं पत बख्शी है, उसे तरह किरपा करके आप जी मैनू इज्जत ते पत बख्शिश करो। जिमें द्रौपदी जिहड़ी है, ਉਹਦੇ ਅੰਬਰਾਂ ਨੂੰ ਜਦੋਂ ਛੀਨਿਆ ਜਾਣ ਲੱਗਾ, ਉਹਦੇ ਵਸਤਰਾਂ ਨੂੰ ਛੀਨਿਆ ਜਾਣ ਲੱਗਾ, ਤੇ ਆਪ ਜੀ ਨੇ ਬੇਅੰਤ ਵਸਤਰ ਸਾਜ ਕੇ ਉਹਦੀ ਇੱਜ਼ਤ, ਉਹਦੀ ਪੱਤ ਢੱਕੀ, ਉਹਦੀ ਇੱਜ਼ਤ ਨੂੰ ਬਰਕਰਾਰ ਰੱਖਿਆ। ਉਸੇ ਤਰ੍ਹਾਂ ਪਰਮੇਸ਼ਵਰ ਜੀਓ ਆਪ ਕਿਰਪਾ ਕਰੋ, ਮੇਰੀ ਇੱਜ਼ਤ ਨੂੰ ਵੀ, ਪੱਤ ਨੂੰ ਵੀ ਆਪ ਢੱਕ ਕੇ ਰੱਖੋ। ਇਹ ਹੈ ਉਹ ਪਰਮੇਸ਼ਵਰ ਜਿਹੜਾ ਉਹਦੇ ਨਾਲ ਪ੍ਰੇਮ ਕਰਦਾ ਹੈ, ਉਹ ਉਹਨਾਂ ਦੀ ਪ੍ਰਤਪਾਲਣਾ ਵੀ ਕਰਦਾ ਹੈ ਤੇ ਉਹਨਾਂ ਦੀ ਸੰਭਾਲ ਵੀ ਕਰਦਾ ਹੈ। ਪ੍ਰਭ ਪ੍ਰਤਪਾਲੇ ਸੇਵਕ, ਆਪਣੇ ਸੇਵਕਾਂ ਨੂੰ ਉਹ ਪ੍ਰਤਪਾਲਦਾ ਹੈ। ਸੁਖ ਦਾਤਾ, ਉਹ ਜਿਹੜਾ ਸੁੱਖਾਂ ਦਾ ਦਾਤਾ ਹੈ, ਸੁੱਖ ਦੇਣ ਵਾਲਾ, ਸੁੱਖਾਂ ਦਾ ਖਜ਼ਾਨਾ ਹੈ। ਫਿਰ ਆਖਿਆ ਕਹਿੰਦੇ ਪਾਣੀ ਪੱਖਾ ਪੀਸੋ ਸੇਵਕ ਕਹਿ, ਠਾਕੁਰ ਹੀ ਕਾ ਆਹਰ ਜੀਓ। ਕਹਿੰਦੇ ਫਿਰ ਜਿਹੜਾ ਪਰਮੇਸ਼ਵਰ ਜੀ ਦਾ ਸੇਵਕ ਹੈ ਨਾ, ਉਹ ਸਮਾਜਿਕ ਤੌਰ ਦੇ ਉੱਤੇ ਜਿਉਂਦਾ ਹੋਇਆ, ਇਨਸਾਨੀਅਤ ਦੇ ਨਾਤੇ ਉਹ ਇਨਸਾਨੀਅਤ ਦੀ ਸੇਵਾ ਕਮਾਉਂਦਾ ਹੈ। ਔਰ ਇਨਸਾਨੀਅਤ ਦੀ ਸੇਵਾ ਕਮਾਉਂਦਾ ਉਹ ਇਹ ਨਹੀਂ ਸੋਚਦਾ ਕਿ ਮੈਂ ਫਲਾਣੇ ਦੀ ਸੇਵਾ ਕਰ ਰਿਹਾ ਜਾਂ ਕਿਸੇ ਦੀ ਮਦਦ ਕਰ ਰਿਹਾ। ਉਹ ਸਿਰਫ ਇਹ ਵਿਚਾਰ ਰੱਖ ਕੇ ਚੱਲਦਾ ਕਿ ਮੈਂ ਅਕਾਲ ਪੁਰਖ ਪਰਮੇਸ਼ਵਰ ਜੀ ਦੀ ਸੇਵਾ ਕਮਾ ਰਿਹਾ, ਵੀ ਮੈਂ ਠਾਕੁਰ ਜੀ ਕਾ ਆਹਰ, ਜਿਹੜਾ ਕਾਰਜ ਠਾਕੁਰ ਜੀ ਕਾ ਹੈ, ਜਿਹੜਾ ਕਰਮ ਠਾਕੁਰ ਜੀ ਕਾ ਹੈ, ਮੈਂ ਉਸੇ ਕਰਮ ਨੂੰ ਕਮਾ ਰਿਹਾ। ਇਹ ਆਹਰ ਕਿਸੇ ਮਨੁੱਖ ਦਾ ਨਹੀਂ ਹੈ, ਇਹ ਆਹਰ ਕਿਸੇ ਹੋਰ ਜੀਵ ਦਾ ਨਹੀਂ ਹੈ। ਇਹ ਜਿਹੜਾ ਆਹਰ ਹੈ, ਇਹ ਜਿਹੜਾ ਕਰਮ ਹੈ, ਇਹ ਕਰਮ ਅਕਾਲ ਪੁਰਖ ਪਰਮੇਸ਼ਵਰ ਜੀ ਕਾ ਹੈ, ਉਹਦੀ ਬਖਸ਼ੀ ਹੋਈ ਸੇਵਾ ਹੈ, ਤੇ ਮੈਂ ਉਸੇ ਦੀ ਬਖਸ਼ੀ ਹੋਈ ਸੇਵਾ ਨੂੰ ਕਮਾ ਰਿਹਾ। ਜਾਂ ਇਉਂ ਕਹਿ ਲਓ, ਕਿਉਂਕਿ ਇਨਸਾਨੀਅਤ ਦੇ ਨਾਤੇ ਇਨਸਾਨੀਅਤ ਨੂੰ ਕਮਾਉਣ ਲਈ ਸੇਵਾ ਕਰਨੀ ਤੇ ਸੇਵਾ ਨੂੰ ਕਮਾਉਣਾ ਜਿਹੜਾ ਹੈ ਉਹ ਇੱਕ ਅਲੱਗ ਬਾਤ ਹੈ। ਵੇਖੋ, ਇੱਕ ਇਨਸਾਨ ਸੇਵਾ ਕਰ ਰਿਹਾ, ਜਿਵੇਂ ਮੈਂ ਆਰੰਭਤਾ ਵਿੱਚ ਜ਼ਿਕਰ ਕੀਤਾ, ਰੱਬੀ ਪਿਆਰੇ ਜਿਹੜੇ ਨੇ ਉਹ ਲੋਕ ਵਿਖਾਵਾ ਨਹੀਂ, ਉਹ ਲੋਕਾਂ ਤੋਂ ਪਰੋਖੇ ਹੋ ਕੇ ਅਕਾਲ ਪੁਰਖ ਪਰਮੇਸ਼ਵਰ ਨੂੰ ਪ੍ਰਸੰਨ ਕਰਦੇ। ਤੇ ਇੱਕ ਉਹ ਨੇ ਜਿਹੜੇ ਲੋਕ ਵਿਖਾਵਾ ਕਰ ਰਹੇ ਨੇ, ਉਹਨਾਂ ਨੂੰ ਪਰਮੇਸ਼ਵਰ ਨਾਲ ਕੋਈ ਮਤਲਬ ਨਹੀਂ। ਇਸੇ ਤਰ੍ਹਾਂ ਜਦੋਂ ਸੇਵਾ ਦੀ ਬਾਤ ਕਰਾਂਗੇ ਤੇ ਸੇਵਾ ਕਰਨ ਵਾਲੇ ਵੀ ਦੋ ਤਰ੍ਹਾਂ ਦੇ ਲੋਕ ਨੇ। ਇੱਕ ਤੇ ਉਹ ਨੇ ਜਿਹੜੇ ਲੋਕ ਵਿਖਾਵਾ ਕਰਨਾ ਚਾਹੁੰਦੇ ਤੇ ਲੋਕਾਂ ਨੂੰ ਹੀ ਪ੍ਰਸੰਨ ਕਰਨਾ ਚਾਹੁੰਦੇ ਨੇ, ਵੀ ਇਹ ਸੇਵਾ ਬੜੀ ਕਮਾਉਂਦਾ, ਇਹਦੇ ਕੋਲ ਸੇਵਾ ਭਾਵਨਾ ਬੜੀ, ਲੋਕ ਕਹਿਣ। ਤੇ ਦੂਜੇ ਪਾਸੇ ਲੋਕ ਕੁਝ ਮਰਜ਼ੀ ਆਖਣ, ਲੋਕ ਪ੍ਰਸੰਨ ਹੋਣ ਨਾ ਹੋਣ, ਪਰ ਮੈਂ ਸੇਵਾ ਇਸ ਢੰਗ ਨਾਲ ਕਮਾਉਣੀ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਸੇਵਾ ਤੋਂ ਪ੍ਰਸੰਨ ਹੋਵੇ। ਤੇ ਜਦੋਂ ਰੱਬ ਜੀ ਨੂੰ ਪ੍ਰਸੰਨ ਕਰਨ ਦੀ ਵਾਰੀ ਆਉਂਦੀ ਹੈ ਸੇਵਾ ਤੋਂ, ਤੇ ਫਿਰ ਸਾਹਿਬ ਕਹਿੰਦੇ ਉਹ ਇਨਸਾਨ, ਉਹ ਮਨੁੱਖ ਮਨੁੱਖਤਾ ਦੇ ਨਾਤੇ ਸੇਵਾ ਕਮਾਉਂਦਾ ਹੈ, ਉਹ ਇਨਸਾਨ ਇਨਸਾਨੀਅਤ ਦੇ ਨਾਤੇ ਸੇਵਾ ਕਮਾਉਂਦਾ ਹੈ। ਲੋਕਾਂ ਵਿੱਚ ਵਾਹ-ਵਾਹ ਖੱਟਣ ਵਾਸਤੇ ਨਹੀਂ, ਲੋਕਾਂ ਦੇ ਅੰਦਰ ਆਪਣੀ ਸ਼ੋਭਾ ਕਰਵਾਉਣ ਵਾਸਤੇ ਨਹੀਂ। ਉਹ ਲੋਕਾਂ ਦੇ ਅੰਦਰ ਜੇ ਉਹ ਇਨਸਾਨੀਅਤ ਦੇ ਨਾਤੇ ਸੇਵਾ ਕਮਾ ਰਿਹਾ ਤੇ ਉਹ ਠਾਕੁਰ ਦਾ ਆਹਰ ਸਮਝ ਕੇ ਕਮਾ ਰਿਹਾ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਵੱਲੋਂ ਇਹ ਸੇਵਾ, ਰੱਬ ਜੀ ਵੱਲੋਂ ਇਹ ਜ਼ਿੰਮੇਵਾਰੀ ਲਾਈ ਗਈ ਹੈ। ਫਿਰ ਉਹ ਹਰ ਪ੍ਰਕਾਰ ਦੀ ਸੇਵਾ ਜਿਹੜੀ ਉਹ
ਕਮਾਉਂਦਾ ਹੈ ਆਪਣੇ ਠਾਕੁਰ ਦਾ ਆਹਰ ਸਮਝਦਿਆਂ ਹੋਇਆਂ। ਉਹਦੇ ਵਿੱਚ ਜ਼ਿਕਰ ਕਰਦਿਆਂ ਪਾਣੀ, ਪੱਖਾ, ਪੀਸੋ, ਸੇਵਕ ਕਹਿ, ਆਹ ਚੀਜ਼ਾਂ ਦਾ ਜ਼ਿਕਰ ਸਾਹਿਬ ਜੀ ਕਰ ਰਹੇ। ਪਾਣੀ ਦੀ ਸੇਵਾ ਨੂੰ ਕਰਨਾ, ਪੱਖੇ ਦੀ ਸੇਵਾ ਨੂੰ ਕਰਨਾ, ਜਾਂ ਪੀਸਣ ਨੂੰ ਪੀਸਣ ਦੀ ਸੇਵਾ ਕਰਨਾ, ਇਹ ਚੀਜ਼ਾਂ ਨੂੰ ਇਸ ਕਰਕੇ ਸਤਿਗੁਰੂ ਜੀ ਜ਼ਿਕਰ ਕਰ ਰਹੇ, ਮਤਲਬ ਕਿ ਹਰ ਪ੍ਰਕਾਰ ਦੀ ਸੇਵਾ ਵਿੱਚ ਤਤਪਰ ਰਹਿਣਾ, ਵੀ ਕਿਸੇ ਪ੍ਰਕਾਰ ਦੀ ਸੇਵਾ ਹੋਵੇ, ਇਨਸਾਨੀਅਤ ਦੇ ਨਾਤੇ ਹਰ ਪ੍ਰਕਾਰ ਦੀ ਸੇਵਾ ਵਿੱਚ ਰਹਿਣਾ, ਤੇ ਉਹਨੂੰ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਆਹਰ ਸਮਝਣਾ। ਅਕਾਲ ਪੁਰਖ ਪਰਮੇਸ਼ਵਰ ਜੀ ਦੀ ਬਖਸ਼ਿਸ਼ ਕੀਤੀ ਹੋਈ ਸੇਵਾ ਕਹਿ ਲਓ, ਜ਼ਿੰਮੇਵਾਰੀ ਕਹਿ ਲਓ, ਕੁਝ ਵੀ ਆਖ ਲਈਏ ਕਿ ਉਹ ਸੇਵਕ ਕਿਸੇ ਵੀ ਪ੍ਰਕਾਰ ਜੇ ਪਾਣੀ ਢੋ ਰਿਹਾ ਜਾਂ ਪੱਖੇ ਦੀ ਸੇਵਾ ਕਰ ਰਿਹਾ ਜਾਂ ਕੋਈ ਵੀ ਸੇਵਾ ਕਮਾ ਰਿਹਾ ਹੈ, ਤੇ ਉਹ ਪ੍ਰਭੂ ਦੀ ਹੈ, ਅਕਾਲ ਪੁਰਖ ਪਰਮੇਸ਼ਵਰ ਦੀ ਹੈ, ਤੇ ਉਹ ਹਰੀ ਦੀ ਸੇਵਾ ਸਮਝਦਾ ਹੋਇਆ ਆਪਣੇ ਜੀਵਨ ਅੰਦਰ ਠਾਕੁਰ ਦਾ ਆਹਰ ਫਿਰ ਕਰਦਾ ਹੈ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ। ਸੋਈ ਕਮਾਵੇ ਜੋ ਸਾਹਿਬ ਪਾਵੈ, ਸੇਵਕ ਅੰਤਰ ਬਾਹਰ ਮਾਹਰ ਜਿਉ। ਸਿਲਕ ਵਿੱਚ ਬੱਧੇ ਹੋਣਾ, ਸਿਲਕ ਬੇੜੀ ਕਹਿ ਲੋ, ਰੱਸੀ ਕਹਿ ਲੋ, ਫਾਹੀ ਕਹਿ ਲੋ। ਇੱਕ ਬਾਪੂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਬਚਨ ਹੈ, ਜਿੱਥੇ ਜ਼ਿਕਰ ਕਰਦੇ ਆ ਸਤਿਗੁਰੂ ਆਖਦੇ, ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਸੇਵਾ ਕਦੇ ਵੀ ਬੱਧਾ ਚੱਟੀ ਨਾਲ ਨਹੀਂ ਆਉਂਦੀ। ਜੇ ਬੱਧਾ ਚੱਟੀ ਸੇਵਾ ਕਰ ਰਹੇ ਆ ਤੇ ਉਹਦਾ ਨਾ ਕੋਈ ਉਪਕਾਰ ਹੈ ਤੇ ਨਾ ਕੋਈ ਗੁਣ ਹੈ, ਉਹ ਤੇ ਸਿਰਫ ਇੱਕ ਮਜਬੂਰੀ ਵਸ ਹੋ ਕੇ ਇਨਸਾਨ ਕਰ ਰਿਹਾ। ਸੇਵਾ ਜਦੋਂ ਵੀ ਹੁੰਦੀ ਹੈ ਪ੍ਰੇਮ ਨਾਲ ਹੁੰਦੀ, ਔਰ ਸੇਵਾ ਜਦੋਂ ਵੀ ਕਮਾਈ ਜਾਂਦੀ ਹੈ ਉਦੋਂ ਪਿਆਰ ਨਾਲ ਹੀ ਕਮਾਈ ਜਾਂਦੀ ਹੈ। ਪ੍ਰੇਮ ਤੋਂ ਬਿਨਾਂ ਸੇਵਾ ਨਹੀਂ ਹੈ, ਪਿਆਰ ਤੋਂ ਬਿਨਾਂ ਸੇਵਾ ਨਹੀਂ। ਇਨਸਾਨ ਜੋ ਮਰਜ਼ੀ ਕਰਦਾ ਰਹੇ, ਜਿੰਨਾ ਚਿਰ ਆਪਣਾ ਮਨ ਸੇਵਾ ਕਰਨ ਵਾਸਤੇ ਰਾਜੀ ਨਹੀਂ ਹੈ, ਖਿਆਲ ਰੱਖਿਓ ਹੱਥ ਔਰ ਪੈਰ ਭਾਵੇਂ ਸੇਵਾ ਕਰਦੇ ਹੋਣ, ਮਨ ਦੀਆਂ ਵਿਚਾਰਾਂ ਕੁਝ ਹੋਰ ਕਹਿੰਦੀਆਂ ਹੋਣਗੇ, ਮਨ ਦੇ ਖਿਆਲਾਤ ਕੁਝ ਹੋਰ ਆਖਦੇ ਹੋਣਗੇ, ਮਨ ਉਦੋਂ ਸੇਵਾ ਵਿੱਚ ਰਾਜੀ ਨਹੀਂ ਹੋਏਗਾ। ਹੋ ਸਕਦਾ ਹੈ ਕਿਤੇ ਕੋਈ ਆਖੇ ਵੀ ਸੱਜਣਾ ਆ ਜਾ ਝੱਟ ਘੜੀ ਸੇਵਾ ਕਮਾ ਲਾ, ਤੇ ਉਦੋਂ ਮਨ ਰਾਜੀ ਨਾ ਹੋਵੇ। ਹੋ ਸਕਦਾ ਉਹਦੇ ਮੂੰਹ ਲਿਹਾਜ਼ ਨੂੰ ਇਨਸਾਨ ਸੇਵਾ ਵਿੱਚ ਲੱਗ ਜਾਏ, ਪਰ ਉਹ ਸੇਵਾ ਵਿੱਚ ਲੱਗਿਆ ਹੋਇਆ ਉਹਦਾ ਮਨ ਰਾਜੀ ਨਹੀਂ ਹੈ। ਉਹ ਸੇਵਾ ਕਰਦਿਆਂ ਹੋਇਆਂ ਹੱਥਾਂ ਪੈਰਾਂ ਦੇ ਨਾਲ ਮਨ ਕਰਕੇ ਉਹਦੀਆਂ ਵਿਚਾਰਾਂ ਤੇ ਉਹਦੇ ਖਿਆਲਾਤ ਸੇਵਾ ਤੋਂ ਬਿਲਕੁਲ ਉਲਟ ਹੋਣਗੇ। ਇਸ ਲਈ ਸਾਹਿਬ ਜੀ ਨੇ ਜ਼ਿਕਰ ਕੀਤਾ, ਕਹਿੰਦੇ ਉਹ ਪਰਮੇਸ਼ਵਰ ਜਿਹੜਾ ਨਾ ਆਪਣੇ ਸੇਵਕਾਂ ਦੀ ਪਹਿਲੋਂ ਫਾਹੀ ਕੱਟਦਾ। ਫਾਹੀ ਕਹਿ ਲੋ, ਬੱਧਾ ਚੱਟੀ ਵਾਲੀ ਫਾਹੀ ਆਖ ਲਈਏ ਕਿ ਸੰਸਾਰਕ ਬੰਧਨਾਂ ਵਾਲੀ, ਕਿਸੇ ਵੀ ਤਰੀਕੇ ਦੀ ਆਪਾਂ ਕੈਦ ਕਹਿ ਲਈਏ ਕਿ ਪਰਮੇਸ਼ਵਰ ਆਪਣੇ ਸੇਵਕਾਂ ਨੂੰ ਆਪਣਾ ਪ੍ਰੇਮ ਦੇ ਕੇ, ਆਪਣੇ ਪ੍ਰੇਮ ਦੇ ਨਾਲ ਪਹਿਲੋਂ ਤੇ ਉਹਦੀ ਸਾਰੇ ਪਾਸੇ ਦੇ ਬੰਧਨਾਂ ਤੋਂ ਆਜ਼ਾਦੀ ਕਰਵਾਉਂਦਾ, ਖਲਾਸੀ ਕਰਦਾ। ਜਦੋਂ ਖਲਾਸੀ ਕੀਤੀ ਫਿਰ ਪ੍ਰਭ ਸੇਵਾ ਲਾਇਆ, ਰੱਬ ਫਿਰ ਆਪਣੀ ਸੇਵਾ ਵਿੱਚ ਜੋੜਦਾ। ਜਦੋਂ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਆ ਨਾ, ਤੇ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਮਾਲਕ ਪਾਤਸ਼ਾਹ ਜੀ ਇੱਕ ਬੜਾ ਪਿਆਰਾ ਜ਼ਿਕਰ ਕਰਦੇ, ਜਦੋਂ ਸੇਵਾ ਦਾ ਜ਼ਿਕਰ ਆਉਂਦਾ ਨਾ, ਤੇ ਸੇਵਾ ਵੀ ਬਿਨਾਂ ਭਾਗਾਂ ਤੋਂ ਨਹੀਂ ਹੈ। ਕਈ ਵਾਰ ਇਸ ਚੀਜ਼ ਨੂੰ ਅਨੁਭਵ ਜਦੋਂ ਅਸੀਂ ਕਰਕੇ ਵੇਖਾਂਗੇ, ਬੜੀ ਇੱਛਾ ਲੈ ਕੇ ਇਨਸਾਨ ਕਹਿੰਦਾ ਵੀ ਮੈਂ ਸੇਵਾ ਕਰਨੀ, ਮੈਂ ਸੇਵਾ ਕਰਨੀ ਚਾਹੁੰਦਾ, ਪਰ ਜਿਸ ਪ੍ਰਕਾਰ ਦੀ ਉਹ ਸੇਵਾ ਕਰਨੀ ਚਾਹੁੰਦਾ, ਉਹ ਚਾਹੁੰਦਾ ਹੋਇਆ ਵੀ ਉਸ ਸੇਵਾ ਤੋਂ
ਮੁਨਕਰ ਹੋ ਜਾਂਦਾ ਹੈ, ਜਾਂ ਕਹਿ ਲਓ ਸਬੱਬ ਨਹੀਂ ਬਣਦਾ, ਸਮਾਂ ਨਹੀਂ ਬਣਦਾ, ਕੋਈ ਲਫ਼ਜ਼ ਕਹਿ ਲਈਏ, ਉਹ ਸੇਵਾ ਤੋਂ ਸਖਣਾ ਰਹਿ ਜਾਂਦਾ ਹੈ। ਇੱਕ ਸਾਹਿਬ ਜੀ ਕਾ ਪਾਵਨ ਬਚਨ ਹੈ ਜਿਹਨੂੰ ਆਪਾਂ ਅਕਸਰ ਗੁਰੂ ਬਾਬਾ ਜੀ ਕੀ ਪਾਵਨ ਬਾਣੀ ਵਿੱਚ ਪੜ੍ਹਦੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੇ ਬੋਲ, ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਉਹ ਜੀਵ ਜਿਹੜਾ ਗੁਰੂ ਕਾ ਸੇਵਕ ਬਣ ਕੇ ਰਹਿ ਰਿਹਾ ਹੈ, ਸਭ ਤੋਂ ਪਹਿਲਾਂ ਤੇ ਮਾਲਕ ਜੀ ਕਹਿੰਦੇ ਠਾਕੁਰ ਕੀ ਆਗਿਆ ਮਨ ਮੈਂ ਸਖੈ, ਉਹ ਆਪਣੇ ਠਾਕੁਰ ਦੀ, ਆਪਣੇ ਮਾਲਕ ਦੀ ਆਗਿਆ ਆਪਣੇ ਮਨ ਵਿੱਚ ਸਹਿੰਦਾ ਹੈ, ਆਪਣੇ ਮਨ ਅੰਦਰ ਆਪਣੇ ਠਾਕੁਰ ਜੀ ਕੀ ਆਗਿਆ ਨੂੰ ਮੰਨਦਾ, ਔਰ ਨਾਲ ਹੀ ਫਿਰ ਉਹ ਆਪਣੇ ਮਨ ਦੀ ਨਹੀਂ, ਆਪਣੇ ਮਾਲਕ ਦੇ ਮਨ ਦੀ ਸੁਣਦਾ, ਉਹ ਆਪਣੀਆਂ ਵਿਚਾਰਾਂ ਅਨੁਸਾਰੀ ਨਹੀਂ, ਆਪਣੇ ਮਾਲਕ ਦੇ ਕਹੇ ਅਨੁਸਾਰੀ ਚੱਲਦਾ, ਜਿਵੇਂ ਠਾਕੁਰ ਕਹਿੰਦਾ ਉਸੇ ਪ੍ਰਕਾਰ ਦੀ ਉਹ ਸੇਵਾ ਕਮਾਉਂਦਾ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕਉ ਕਰ ਕਛ ਨਾ ਜਣਾਵੈ, ਫਿਰ ਕੁਝ ਨਹੀਂ ਜਣਾਉਂਦਾ, ਆਪਸ ਕਉ ਕਰ ਕਛ ਨਾ ਜਣਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਧਿਆਉਂਦਾ ਕੀ ਹੈ? ਰੱਬੀ ਨਾਮ ਨੂੰ। ਮਨ ਵੇਚੈ ਸਤਿਗੁਰ ਕੈ ਪਾਸ, ਉਹਨੇ ਆਪਣਾ ਮਨ ਵੇਚ ਦਿੱਤਾ ਗੁਰੂ ਅੱਗੇ, ਵੀ ਹੁਣ ਮਨ ਦੇ ਖਿਆਲਾਤ ਜਿਹੜੇ ਨੇ ਸਤਿਗੁਰੂ ਜੀ ਇਹ ਵੀ ਤੁਹਾਡੇ ਨੇ, ਇਹ ਮੇਰੇ ਨਹੀਂ। ਜੇ ਮਨ ਸੇਵਾ ਭਾਵਨਾ ਨੂੰ ਆਖ ਰਿਹਾ ਤੇ ਮਾਲਕ ਜੀ ਉਹ ਤੇਰੇ ਕਰਕੇ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਫਿਰ ਸੇਵਾ ਕਰਤ ਹੋਏ ਨਹਿ ਕਾਮੀ। ਬੜਾ ਜ਼ਰੂਰੀ ਜੇ ਇਹ ਵੀ ਕਨਸੈਪਟ, ਅਸੀਂ ਸੇਵਾ ਕਮਾਉਂਦੇ ਹਾਂ ਪਰ ਉਤਨੀ ਸੇਵਾ ਨਹੀਂ ਜਿੱਡੀ ਸਾਡੀ ਕਾਮਨਾ ਹੁੰਦੀ ਹੈ। ਜਿਹਨੂੰ ਬਾਪੂ ਜੀ ਆਖਦੇ ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੋ ਕਹਿ ਤੋ ਬਹੁਤਾ, ਕਿ ਸਾਡੀ ਮੰਗ ਵੱਡੀ ਹੈ, ਸੇਵਾ ਬੜੀ ਥੋੜੀ ਹੈ। ਦੂਜੇ ਪਾਸੇ ਸਾਹਿਬ ਕਹਿ ਰਹੇ ਸੇਵਾ ਕਰਤ ਹੋਏ ਨਹਿ ਕਾਮੀ, ਜਿਹੜਾ ਕਾਮਨਾ ਤੋਂ ਰਹਿਤ ਹੋ ਕੇ ਸੇਵਾ ਕਮਾਉਂਦਾ ਹੈ, ਤਿਸ ਕਾ ਹੋਤ ਪ੍ਰਾਪਤ ਸੁਆਮੀ, ਉਹ ਮਾਲਕ ਦੇ ਪ੍ਰੇਮ ਦਾ ਪਾਤਰ ਬਣਦਾ ਹੈ, ਸਾਹਿਬ ਜੀ ਕੇ ਪਿਆਰ ਦਾ, ਰੱਬੀ ਮਿਲਾਪ ਦਾ ਪਾਤਰ ਬਣਦਾ ਹੈ। ਔਰ ਬਾਪੂ ਜੀ ਨੇ ਆਖਿਆ ਕਾਟ ਸਿਲਕ, ਸਿਲਕ ਕੱਟ ਕੇ, ਫਾਹੀ ਕੱਟ ਕੇ ਪ੍ਰਭ ਸੇਵਾ ਲਾਇਆ, ਰੱਬ ਨੇ ਆਪਣੀ ਸੇਵਾ ਵਿੱਚ ਲਾਇਆ। ਫਿਰ ਹੁਕਮ ਸਾਹਿਬ ਕਾ, ਹੁਣ ਕਿਸੇ ਵੀ ਪ੍ਰਕਾਰ ਆਪਾਂ ਜਿਵੇਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੜ੍ਹਦੇ ਹਾਂ, ਮਾਲਕ ਜੀ ਆਸਾ ਕੀ ਵਾਰ ਚ ਜ਼ਿਕਰ ਕਰਦੇ ਆਖਦੇ, ਚਾਕਰ ਲੱਗਾ ਚਾਕਰੀ ਜੇ ਚੱਲੇ ਖਸਮੈ ਪਾਏ, ਹੁਰਮਤ ਇਸ ਨੂੰ ਅਗਲੀ ਉਹ ਵਜ੍ਹਾ ਪੇ ਦੂਣਾ ਖਾਏ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜ੍ਹਾ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸ਼ਾਬਾਸ, ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ। ਇੱਕ ਮਾਲਕ ਪਾਤਸ਼ਾਹ ਜੀ ਦਾ ਪਾਵਨ ਬਚਨ, ਚਾਕਰ ਲੱਗਿਆ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ। ਉਹ ਗੱਲਾਂ ਦੇ ਨਾਲ ਹੀ ਪੂਰਾ ਹੈ ਪਰ ਕਦੇ ਆਪਣੇ ਖਸਮ ਦਾ ਸਾਧ ਨਹੀਂ ਪਾਉਂਦਾ, ਆਪਣੇ ਖਸਮ ਦੀ ਬਖਸ਼ਿਸ਼ ਤੋਂ ਸਖਣਾ ਰਹਿੰਦਾ। ਬਾਪੂ ਜੀ ਕਹਿੰਦੇ ਹੁਕਮ ਸਾਹਿਬ ਕਾ ਸੇਵਕ ਮਨ ਪਾਵੇ। ਸੇਵਕ ਉਹ ਹੈ ਜਿਹਨੂੰ ਆਪਣੇ ਸਾਹਿਬ ਦਾ ਹੁਕਮ ਚੰਗਾ ਲੱਗਦਾ, ਫਿਰ ਕੋਈ ਕਿੰਤੂ ਨਹੀਂ, ਕੋਈ ਪਰੰਤੂ ਨਹੀਂ, ਕੋਈ ਸਵਾਲ ਨਹੀਂ, ਕੋਈ ਉਟੰਕਣ ਨਹੀਂ। ਚਾਕਰ ਲੱਗਿਆ ਚਾਕਰੀ ਜੇ ਚੱਲੇ ਖਸਮੇ ਪਾਏ, ਉਹ ਨਹੀਂ ਪ੍ਰਵਾਨ ਜਿਹੜਾ ਚਾਕਰ ਲੱਗਿਆ ਚਾਕਰੀ ਨਾਲੇ ਗਰਭਵਾਦ, ਨਾਲੇ ਤੇ ਚਾਕਰੀ ਵਿੱਚ ਲੱਗਾ, ਨਾਲੇ ਕਹਿੰਦਾ ਰੱਬ ਜੀ ਮੈਂ ਤੁਹਾਡਾ ਸੇਵਕ ਹਾਂ, ਹੇ ਮੇਰੇ ਮਾਲਕ ਜੀਓ ਮੈਂ ਤੁਹਾਡੀ ਸੇਵਾ ਕਮਾਉਣਾ। ਤੇ ਦੂਜੇ ਪਾਸੇ ਮਾਲਕ ਆਖੇ ਆ ਕਾਰ ਕਰਿਆ, ਆ ਵਿਹਾਰ ਕਰਿਆ, ਉਥੇ ਕਾਰ ਵਿਹਾਰ ਕਰਨ ਤੋਂ ਪਹਿਲਾਂ ਸਵਾਲ ਖੜੇ ਕਰ ਲਏ, ਕਿਉਂ ਕਰਨਾ, ਕਾਹਦੇ ਵਾਸਤੇ ਕਰਨਾ, ਕਿੰਨੇ ਸਮੇਂ ਵਾਸਤੇ ਕਰਨਾ। ਉਦੋਂ ਇਹ ਸਵਾਲ ਨਹੀਂ, ਉਦੋਂ ਸਿਰਫ ਸਤ ਬਚਨ ਕਹਿ ਕੇ ਉਹਨਾਂ ਨੂੰ ਕਮਾਉਣਾ। ਜੇ ਤੇ ਚਾਕਰ ਹਾਂ, ਜੇ ਤੇ ਸੇਵਕ ਹਾਂ, ਫਿਰ ਤੇ ਹੈ ਕਿ ਉਸ ਅਕਾਲ ਪੁਰਖ ਪਰਮੇਸ਼ਵਰ ਦਾ ਹੁਕਮ ਸਿਰ ਮੱਥੇ, ਰੱਬੀ ਰਜ਼ਾ ਸਿਰ ਮੱਥੇ। ਪਰ ਜੇ ਕੇਵਲ ਗੱਲਾਂ ਹੀ ਨੇ, ਫਿਰ ਗਰਭਵਾਦ ਕਰਦੇ ਹਾਂ ਅਸੀਂ, ਕਦੇ ਆਪਣੇ ਖਸਮ ਦਾ ਸਾਧ ਹਾਸਲ ਨਹੀਂ ਕਰ ਸਕਦੇ, ਕਿਉਂਕਿ ਖਸਮ ਅੱਗੇ ਨਾ ਤੇ ਸਵਾਲ ਚੱਲਦੇ, ਨਾ ਖਸਮ ਅੱਗੇ ਹੁਕਮ ਚੱਲਦਾ। ਖਸਮ ਅੱਗੇ ਤੇ ਕੇਵਲ ਅਰਦਾਸ ਤੇ ਅਰਜ਼ੋਈ ਚੱਲਦੀ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਜੀਓ ਆ ਤੁਹਾਡਾ ਸੇਵਕ ਤੁਹਾਡੇ ਅੱਗੇ ਖੜੋਤਾ, ਗਲ ਵਿੱਚ ਪੱਲਾ ਪਾ ਕੇ ਅਰਜ਼ੋਈ ਪਿਆ ਕਰਦਾ,
ਮਾਲਕਾ ਇਹ ਅਰਜ਼ੋਈ, ਇਹ ਬੇਨਤੀ ਹੈ, ਆਪ ਕਿਰਪਾ ਕਰਕੇ ਬੇਨਤੀ ਨੂੰ ਪ੍ਰਵਾਨ ਕਰੋ। ਜਦੋਂ ਵੀ ਸੇਵਕ ਦੇ ਮਾਲਕ ਨਾਲ ਪ੍ਰੇਮ ਦੀ ਬਾਤ ਆਏਗੀ, ਹਾਂ ਉਹ ਵੱਖਰੀ ਗੱਲ ਹੈ ਕਿ ਸੇਵਕ ਦਾ ਮਾਲਕ ਨਾਲ ਪ੍ਰੇਮ ਇੰਨਾ ਕੁ ਬਣ ਜਾਏ, ਮਾਲਕ ਦਾ ਸੇਵਕ ਉੱਤੇ ਭਰੋਸਾ ਇੰਨਾ ਕੁ ਬਣ ਜਾਏ ਕਿ ਸੇਵਕ ਨੇ ਆਪਣੀ ਮਾਲਕ ਦੀਆਂ ਨਜ਼ਰਾਂ 'ਚ ਆਪਣੀ ਇਮੇਜ, ਆਪਣਾ ਹਾਲਾਤ ਜਾਂ ਆਪਣਾ ਆਪਾ ਇੰਨਾ ਕੁ ਚੰਗਾ ਬਣਾ ਲਿਆ ਕਿ ਹੁਣ ਉਹ ਆਪਣੇ ਮਾਲਕ ਦੇ ਅੱਗੇ ਕਹਿ ਲੋ ਰੋਬ ਦੇ ਨਾਲ ਵੀ ਮਾਲਕ ਕੋਲੋਂ ਵਸਤੂ ਮੰਗਦਾ ਹੈ ਕਿ ਮੇਰੇ ਮਾਲਕ ਜੀਓ ਆ ਵਸਤੂ, ਆ ਪਦਾਰਥ ਮੈਨੂੰ ਚਾਹੀਦਾ ਹੈ। ਉਹ ਪੱਖ ਇੱਕ ਵੱਖਰਾ ਹੈ। ਸਾਹਿਬ ਜੀ ਨੇ ਆਖਿਆ, ਹੁਕਮ ਸਾਹਿਬ ਕਾ ਸੇਵਕ ਮਨ ਭਾਇਆ। ਹੁਣ ਸੇਵਕ ਦੇ ਮਨ ਅੰਦਰ ਆਪਣੇ ਸਾਹਿਬ ਦਾ ਹੁਕਮ ਚੰਗਾ ਲੱਗਦਾ ਹੈ, ਉਹ ਆਪਣੇ ਸਾਹਿਬ ਦੇ ਹੁਕਮ ਤੋਂ ਕਦੇ ਉਲਟ ਨਹੀਂ ਜਾਂਦਾ, ਕਦੇ ਉਹਦੇ ਖਿਲਾਫ ਨਹੀਂ ਜਾਂਦਾ। ਸੋਈ ਕਮਾਵੇ। ਹੁਣ ਕਮਾਉਂਦਾ ਉਹ ਹੈ ਜੋ ਸਾਹਿਬ ਭਾਵੈ, ਜੋ ਸਾਹਿਬ ਨੂੰ ਚੰਗਾ ਲੱਗਦਾ, ਜੋ ਮਾਲਕ ਨੂੰ ਚੰਗਾ ਲੱਗਦਾ ਹੈ। ਸੇਵਕ ਅੰਤਰ ਬਾਹਰ ਮਾਹਰ ਜੀਓ। ਜਦੋਂ ਆਪਣੇ ਸੇਵਕ ਨੂੰ ਪ੍ਰਭੂ ਆਪਣੇ ਹੁਕਮ ਵਿੱਚ ਵੇਖਦਾ ਹੈ, ਜਦੋਂ ਸੇਵਕ ਆਪਣੇ ਮਾਲਕ ਦੀ ਰਜ਼ਾ ਵਿੱਚ ਚੱਲਦਾ ਹੈ, ਉਹ ਪਰਮੇਸ਼ਵਰ ਪ੍ਰਸੰਨ ਹੁੰਦਾ ਹੈ। ਇੰਨੀ ਪ੍ਰਸੰਨਤਾ ਵਰਤਾਉਂਦਾ ਕਿ ਆਪਣੇ ਸੇਵਕ ਨੂੰ ਇੰਨੀ ਕੁ ਜ਼ਿੰਮੇਵਾਰੀ ਕਹਿ ਲਓ ਜਾਂ ਇੰਨਾ ਕੁ ਜ਼ਿੰਮੇਵਾਰ ਬਣਾ ਦਿੰਦਾ ਹੈ ਕਿ ਅੰਤਰ ਬਾਹਰ ਮਾਹਰ ਕਰ ਦਿੰਦਾ ਹੈ। ਇੱਥੇ ਮਾਹਰ ਤੋਂ ਭਾਵ ਚੌਧਰੀ ਕਹਿ ਲਓ, ਮੁਖੀ ਕਹਿ ਲਓ, ਗੱਲ ਤੇ ਹੈ ਉਹਦੀ ਸੇਵਾ ਨੂੰ ਕਮਾਉਣ ਦੀ। ਜਿਹੜਾ ਉਹਦੀ ਸੇਵਾ ਕਮਾਉਂਦਾ ਹੈ ਉਹਨੂੰ ਫਿਰ ਉਹ ਮੁਖੀ ਬਣਾ ਕੇ ਨਿਵਾਜ ਦਿੰਦਾ ਹੈ। ਜਿਹਨੂੰ ਆਪਾਂ ਜੇ ਸੰਸਾਰਕ ਤੌਰ ਤੇ ਸਮਝੀਏ, ਇੱਕ ਸੇਵਕ ਆਪਣੇ ਮਾਲਕ ਦੀਆਂ ਨਜ਼ਰਾਂ 'ਚ ਬੜਾ ਇਮਾਨਦਾਰ ਹੈ। ਇਮਾਨਦਾਰ ਵੀ ਹੈ, ਉਹਨੇ ਆਪਣੇ ਮਾਲਕ ਦਾ ਭਰੋਸਾ ਵੀ ਜਿੱਤਿਆ ਹੋਇਆ। ਉਹ ਭਰੋਸਾ ਐਡਾ ਕੁ ਜਿੱਤਿਆ ਹੋਇਆ ਹੈ ਵੀ ਹਰ ਕਾਰਜ ਦੇ ਅੰਦਰ ਉਹ ਮਾਲਕ ਆਪਣੇ ਸੇਵਕ ਨੂੰ ਅੱਗੇ ਕਰਦਾ ਵੀ ਆਹ ਜ਼ਿੰਮੇਵਾਰੀ ਤੇਰੀ ਹੈ। ਤੇ ਉਹਨੂੰ ਇੰਨਾ ਕੁ ਭਰੋਸਾ ਹੈ ਵੀ ਜਿੱਥੇ ਇਹਨੂੰ ਜ਼ਿੰਮੇਵਾਰੀ ਦੇ ਕੇ ਨਿਵਾਜਿਆ ਉੱਥੇ ਕਾਰਜ ਨਾ ਕਦੇ ਵਿਗੜੇਗਾ, ਸਗੋਂ ਕਾਰਜ ਸਹੁਰੇਗਾ। ਇਹਨੇ ਆਪਣੀ ਮਰਜ਼ੀ, ਆਪਣੇ ਢੰਗ ਦੇ ਨਾਲ ਉਸ ਕਾਰਜ ਨੂੰ ਨੇਪਰੇ ਚਾੜ ਲੈਣਾ। ਫਿਰ ਕਈ ਵਾਰ ਮਾਲਕ ਇੰਨਾ ਪ੍ਰਸੰਨ ਹੋ ਜਾਂਦਾ ਹੈ, ਇੰਨਾ ਪ੍ਰਸੰਨਤਾ ਦੇ ਘਰ ਵਿੱਚ ਆ ਜਾਂਦਾ ਹੈ, ਬਾਕੀ ਸੇਵਕਾਂ ਨੂੰ ਕਹਿ ਦਿੰਦਾ ਜਦੋਂ ਮੈਂ ਨਾ ਹੋਵਾਂ ਤੇ ਤੁਸੀਂ ਇਹਦੇ ਹੁਕਮ ਤੋਂ ਆਕੀ ਨਹੀਂ ਹੋਣਾ, ਇਹ ਤੁਹਾਡੇ ਉੱਤੇ ਮੈਂ ਰੱਖ ਕੇ ਚੱਲਿਆ, ਇਹ ਤੁਹਾਡਾ ਸਾਰਿਆਂ ਦਾ ਮੁਖੀ ਹੈ, ਇਹ ਤੁਹਾਡੇ ਸਾਰਿਆਂ ਦਾ ਆਗੂ ਹੈ, ਜਿਵੇਂ ਤੁਹਾਨੂੰ ਇਹ ਆਖੇਗਾ ਤੁਸੀਂ ਉਸੇ ਪ੍ਰਕਾਰ ਕਾਰਜ ਕਰਨਾ ਹੈ। ਇਹ ਬਾਤ ਹੈ ਆਪਣੇ ਮਾਲਕ ਦੇ ਭਰੋਸੇ ਨੂੰ ਜਿੱਤ ਲੈਣ ਦੀ, ਆਪਣੇ ਮਾਲਕ ਦੀਆਂ ਨਜ਼ਰਾਂ ਅੰਦਰ ਆਪਣਾ ਆਪਾ, ਆਪਣਾ ਵਿਸ਼ਵਾਸ ਬਣਾ ਲੈਣ ਦੀ। ਜਦੋਂ ਉਹ ਸੇਵਕ ਨੇ ਆਪਣੇ ਮਾਲਕ ਦੀਆਂ ਨਜ਼ਰਾਂ 'ਚ ਵਿਸ਼ਵਾਸ ਤੇ ਭਰੋਸਾ ਬਣਾਇਆ, ਮਾਲਕ ਨੇ ਵੀ ਉਹਦੇ ਉੱਤੇ ਅੱਖਾਂ ਬੰਦ ਕਰ ਭਰੋਸਾ ਕੀਤਾ, ਸਾਰੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ। ਇਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ, ਜਿਹੜਾ ਭਗਤ ਜਨ ਆਪਣੇ ਮਾਲਕ ਦਾ ਭਰੋਸਾ ਜਿੱਤ ਲੈਂਦਾ ਹੈ, ਰੱਬ ਨਾਲ ਪ੍ਰੇਮ ਪਾ ਲੈਂਦਾ, ਰੱਬ ਵੀ ਉਹਨੂੰ ਮਾਹਰ ਕਰਕੇ ਨਿਵਾਜ ਦਿੰਦਾ ਹੈ। ਜਿਹਨੂੰ ਆਪਾਂ ਗੁਰੂ ਬਾਬਾ ਜੀ ਕੀ ਪਾਵਨ ਬਾਣੀ 'ਚ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਜੀ ਦੇ ਬੋਲ ਪੜ੍ਹਦੇ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਫਿਰ ਉੱਥੇ ਕੇਵਲ ਉਹ ਪ੍ਰਵਾਨ ਹੈ ਜਿਹੜਾ ਸਾਹਿਬ ਦੀਆਂ ਨਜ਼ਰਾਂ 'ਚ ਉੱਚੀ ਅਵਸਥਾ ਦਾ ਪਾਤਰ ਬਣ ਜਾਂਦਾ ਹੈ। ਉੱਚੀ ਅਵਸਥਾ ਦਾ ਪਾਤਰ ਉਹ ਬਣਿਆ, ਪੰਚ ਉਹ ਬਣਿਆ ਜਿਨਨੇ ਸੁਣਿਆ ਤੇ ਸੁਣ ਕੇ ਸਿਰ ਮੱਥੇ ਕਰਕੇ ਮੰਨਿਆ, ਜਿਨਨੇ ਮਨ ਕਰਕੇ ਪਹਿਲੋਂ ਗੁਰੂ ਉਪਦੇਸ਼ ਸੁਣਿਆ, ਫਿਰ ਉਸੇ ਗੁਰੂ ਉਪਦੇਸ਼ ਨੂੰ ਮਨ ਕਰਕੇ ਕਮਾਇਆ, ਆਪਣੇ ਜੀਵਨ ਅੰਦਰ ਅਪਣਾਇਆ। ਅਪਣਾਉਣ ਤੋਂ ਬਾਅਦ ਵਿੱਚ ਫਿਰ ਉਹ ਪੰਚ ਦੀ ਅਵਸਥਾ ਦਾ ਪਾਤਰ ਬਣਦਾ ਹੈ, ਪੰਚ ਜਨ ਬਣ ਜਾਂਦਾ ਹੈ। ਜਦੋਂ ਪੰਚ ਜਨ ਬਣ ਜਾਂਦਾ ਤੇ ਰੱਬ ਦੀਆਂ ਨਜ਼ਰਾਂ 'ਚ ਫਿਰ ਪ੍ਰਵਾਨਿਆ ਜਾਂਦਾ ਹੈ। ਜਿਹਨੂੰ ਅੱਜ ਸਾਹਿਬ ਕਹਿੰਦੇ ਸੋਈ ਕਮਾਵੇ, ਜੇ ਜੋ ਸਾਹਿਬ ਭਾਵੈ। ਸੇਵਕ ਅੰਤਰ ਬਾਹਰ ਮਾਹਰ ਜੀਓ। ਉਹਦਾ ਸੇਵਕ ਫਿਰ ਅੰਦਰ ਔਰ ਬਾਹਰ, ਅਧਿਆਤਮ ਤੌਰ ਤੇ ਕਹਿ ਲਓ, ਸੰਸਾਰਕ ਤੌਰ ਤੇ ਕਹਿ ਲਓ, ਅਕਾਲ ਪੁਰਖ ਪਰਮੇਸ਼ਵਰ ਇੰਨੀ ਕੁ ਤਾਕਤ ਦੇ ਕੇ ਨਿਵਾਜਦਾ ਹੈ ਕਿ ਉਹ ਸੰਸਾਰਕ ਤੌਰ ਤੇ ਵੀ ਮੁਖੀ ਬਣ ਜਾਂਦਾ ਤੇ ਅਧਿਆਤਮ ਤੌਰ ਉੱਤੇ ਵੀ ਉਹ ਮੁਖੀ ਬਣ ਜਾਂਦਾ ਹੈ। ਤੂੰ ਦਾਨਾ ਠਾਕੁਰ ਸਭ ਵਿਦ ਜਨ ਹੈ, ਠਾਕੁਰ ਕੈ ਸੇਵਕ ਹਰ ਰੰਗ ਮਾਣ ਹੈ। ਜੋ ਕਿਛ ਠਾਕੁਰ ਕਾ ਸੋ ਸੇਵਕ ਕਾ,
ਸੇਵਕ ਠਾਕੁਰ ਹੀ ਸੰਗ ਜ਼ਾਹਰ ਜਿਉ। ਤੂੰ ਦਾਨਾ ਠਾਕੁਰ, ਹੇ ਮਾਲਕ ਜੀ ਤੂੰ ਬੜਾ ਸਿਆਣਾ ਹੈ, ਦਾਨਾ ਬਹੁਤ ਹੈ, ਸਭ ਵਿਦ ਜਾਣਾ ਹੈ, ਹਰ ਵਿਧੀ ਜਾਣਦਾ। ਇੱਕ ਖਿਆਲ ਰੱਖੀਏ, ਜੇ ਠਾਕੁਰ ਦੀ ਮਤਲਬ ਮਾਲਕ ਦੀ ਹਰ ਹਾਲਤ ਤੇ ਹਰ ਅਵਸਥਾ ਨੂੰ ਸੇਵਕ ਸਮਝਦਾ ਹੈ, ਫਿਰ ਮਾਲਕ ਦਾ ਵੀ ਇੱਕ ਜ਼ਿੰਮਾ ਬਣ ਜਾਂਦਾ ਹੈ, ਇੱਕ ਜ਼ਿੰਮੇਵਾਰੀ ਬਣ ਜਾਂਦੀ ਕਿ ਉਹ ਆਪਣੇ ਸੇਵਕ ਦੀ ਹਰ ਹਾਲਤ ਤੇ ਅਵਸਥਾ ਨੂੰ ਸਮਝੇ। ਜੇ ਚੰਗਾ ਮਾੜਾ ਸਮਾਂ ਸੇਵਕ ਨੇ ਮਾਲਕ ਦਾ ਸਮਝਿਆ, ਫਿਰ ਮਾਲਕ ਦੀ ਜ਼ਿੰਮੇਵਾਰੀ ਬਣਦੀ ਕਿ ਆਪਣੇ ਸੇਵਕ ਦਾ ਚੰਗਾ ਔਰ ਮਾੜਾ ਸਮਾਂ ਸਮਝੇ। ਮੈਂ ਇੱਕ ਸੰਸਾਰਿਕ ਤੌਰ ਤੇ ਉਦਾਹਰਣ ਰੱਖ ਰਿਹਾ ਵੀ ਜੇ ਸੰਸਾਰਿਕ ਤੌਰ ਉੱਤੇ ਕੋਈ ਨੌਕਰ ਕੋਈ ਚਾਕਰ ਆਪਣੇ ਮਾਲਕ ਦੀ ਸਿਚੁਏਸ਼ਨ ਨੂੰ ਸਮਝ ਰਿਹਾ ਵੀ ਅੱਜ ਮੇਰਾ ਮਾਲਕ ਦੁਖੀ ਹੈ ਜਾਂ ਅੱਜ ਮੇਰਾ ਮਾਲਕ ਚਿੰਤਾ ਵਿੱਚ ਹੈ, ਅੱਜ ਮੇਰੇ ਮਾਲਕ ਦੇ ਹਾਲਾਤ ਚੰਗੇ ਨਹੀਂ, ਤੇ ਉਹ ਸਮਝਦਾ ਹੋਇਆ ਵੀ ਆਪਣੇ ਮਾਲਕ ਦੀ ਸੇਵਾ ਵਿੱਚ ਜੁਟਿਆ ਹੈ, ਤੇ ਸਮਾਂ ਬਦਲਣ ਦੇ ਉੱਤੇ ਫਿਰ ਮਾਲਕ ਦੀ ਜ਼ਿੰਮੇਵਾਰੀ ਬਣ ਜਾਂਦੀ ਕਿ ਉਹ ਆਪਣੇ ਸੇਵਕ ਦੀ ਹਾਲਤ, ਉਹਦੀ ਸਿਚੁਏਸ਼ਨ, ਉਹਦੇ ਸਮੇਂ ਨੂੰ ਵੀ ਸਮਝੇ। ਇਹ ਇੱਕ ਸੰਸਾਰਿਕ ਨਿਯਮ ਕਹਿ ਸਕਦੇ ਹਾਂ। ਹੁਣ ਮਾਲਕ ਜੀ ਕਹਿੰਦੇ, ਹੇ ਅਕਾਲ ਪੁਰਖ ਪਰਮੇਸ਼ਵਰ ਜੀਓ ਤੂੰ ਸਿਆਣਾ ਬਹੁਤ ਹੈ, ਤੂੰ ਬੜਾ ਸਿਆਣਾ ਮਾਲਕ ਹੈ, ਤੇਰੇ ਵਰਗਾ ਮਾਲਕ ਜਿਹੜਾ ਉਹ ਹੋਣਾ ਬਹੁਤ ਚੰਗੇ ਭਾਗਾਂ ਦੀ ਨਿਸ਼ਾਨੀ ਹੈ ਕਿ ਤੂੰ ਸਾਡਾ ਮਾਲਕ ਤੇ ਅਸੀਂ ਤੇਰੇ ਸੇਵਕ ਹਾਂ, ਕਿਉਂਕਿ ਤੂੰ ਐਸਾ ਮਾਲਕ ਹੈ ਜਿਹੜਾ ਹਰ ਹਾਲਾਤ ਸਮਝਦਾ ਹੈ, ਹਰ ਸਿਚੁਏਸ਼ਨ ਸਮਝਦਾ ਹੈ, ਹਰ ਇੱਕ ਸਮੇਂ ਨੂੰ ਜਾਣਦਾ ਹੈ। ਚਾਹੇ ਸਮਾਂ ਚੰਗਾ ਹੋਵੇ ਤੂੰ ਤਾਂ ਵੀ ਸਮਝਦਾ ਹੈ, ਤੇ ਜੇ ਸਮਾਂ ਮਾੜਾ ਆ ਗਿਆ ਮਾਲਕ ਜੀਓ, ਹੋ ਸਕਦਾ ਹੈ ਸੰਸਾਰ ਸਾਰਾ ਦੌੜ ਜਾਏ, ਪਰ ਤੇਰੇ ਉੱਤੇ ਇੰਨਾ ਕੁ ਭਰੋਸਾ ਵਿਸ਼ਵਾਸ ਹੈ ਕਿ ਤੂੰ ਸਾਡਾ ਉਸ ਸਮੇਂ ਉੱਤੇ ਵੀ ਮਾਲਕ ਬਣ ਕੇ ਤੇ ਸਾਡੀ ਪੱਤ ਟਕੇਗਾ। ਤੂੰ ਦਾਨਾ ਠਾਕੁਰ ਸਭ ਵਿਦ ਜਾਣ, ਸਾਰੀਆਂ ਵਿਧੀਆਂ ਜਾਣਦਾ, ਸਾਰੇ ਤਰੀਕੇ ਜਾਣਦਾ ਹੈ, ਸਾਰੇ ਹਾਲਾਤ ਤੂੰ ਜਾਣਦਾ ਹੈ। ਠਾਕੁਰ ਕੇ ਸੇਵਕ, ਜਿਹੜੇ ਠਾਕੁਰ ਦੇ ਸੇਵਕ ਨੇ, ਹਰ ਰੰਗ ਮਾਣੇ, ਫਿਰ ਉਹ ਸਾਰੀਆਂ ਹਰੀ ਰੰਗ ਵਿੱਚ ਖੁਸ਼ ਰਹਿੰਦੇ ਹੋ। ਸੇਵਕ ਠਾਕੁਰ ਦੀ ਮਰਜ਼ੀ ਅਨੁਸਾਰ ਹੀ ਚੱਲੇ ਨਾ, ਜਿਵੇਂ ਆਪਾਂ ਬਚਨ ਪੜ੍ਹ ਕੇ ਆਏ ਨਾ ਕਿ ਉਹ ਜੀਵ ਇਨਾਮ ਵੀ ਹਾਸਲ ਕਰਦਾ ਤੇ ਤਨਖਾਹ ਵੀ ਹਾਸਲ ਕਰਦਾ ਜਿਹੜਾ ਚਾਕਰ ਆਪਣੇ ਸਾਹਿਬ ਦੇ ਹੁਕਮ ਵਿੱਚ ਚੱਲਦਾ। ਜਿਵੇਂ ਆਪਾਂ ਹੁਰਮਤ ਤਿਸਨੂੰ ਅਗਲੀ ਉਹ ਵਜੋਂ ਪੇ ਦੂਣਾ ਖਾਏ, ਹੁਰਮਤ ਕਹਿੰਦੇ ਇਨਾਮ ਨੂੰ, ਉਹਨੂੰ ਇਨਾਮ ਵੀ ਮਿਲਿਆ, ਤੇ ਵਜ੍ਹਾ ਕਹਿੰਦੇ ਤਨਖਾਹ ਨੂੰ, ਉਹਨੂੰ ਤਨਖਾਹ ਵੀ ਮਿਲੀ। ਜਿਹੜਾ ਆਪਣੇ ਖਸਮ ਦੇ ਹੁਕਮ ਅਨੁਸਾਰੀ ਰਜ਼ਾ ਵਿੱਚ ਚੱਲਦਾ ਹੈ, ਖਸਮ ਪ੍ਰਸੰਨ ਹੋ ਕੇ, ਮਾਲਕ ਪ੍ਰਸੰਨ ਹੋ ਕੇ ਉਹਨੂੰ ਇਨਾਮ ਵਜੋਂ ਬਹੁਤ ਕੁਝ ਬਖਸ਼ ਦਿੰਦਾ ਹੈ। ਤੇ ਸਾਹਿਬ ਆਖਦੇ ਠਾਕੁਰ ਕੇ ਸੇਵਕ, ਜਿਹੜੇ ਰੱਬ ਜੀ ਦੇ ਸੇਵਕ ਬਣ ਜਾਂਦੇ, ਹਰ ਰੰਗ ਮਾਣੇ, ਉਹ ਸਾਰੀਆਂ ਖੁਸ਼ੀਆਂ ਮਾਣਦੇ ਨੇ। ਰੱਬ ਆਪ ਖੁਸ਼ੀਆਂ ਦੇ ਕੇ ਨਿਵਾਜਦਾ ਹੈ, ਆਪ ਬਖਸ਼ਿਸ਼ ਕਰਕੇ ਨਿਵਾਜਦਾ ਹੈ। ਔਰ ਜੋ ਕਿਛ ਠਾਕੁਰ ਕਾ, ਫਿਰ ਉਹ ਇੰਨਾ ਕੁ ਸਮਰੱਥ ਬਣਾ ਦਿੰਦਾ ਹੈ, ਜਾਂ ਇਸ ਤਰ੍ਹਾਂ ਦੇ ਲਫ਼ਜ਼ ਵਰਤ ਦਿੰਦਾ ਹੈ, ਜਾਂ ਇਸ ਤਰ੍ਹਾਂ ਦੇ ਹਾਲਾਤ ਤੇ ਸਮਾਂ ਬਣਾ ਦਿੰਦਾ ਹੈ। ਖੁਦ ਆਖਦਾ ਹੈ ਤੂੰ ਚਿੰਤਾ ਨਾ ਕਰ, ਜੇ ਤੂੰ ਮੇਰਾ ਸੇਵਕ ਹੈ ਤੇ ਮੈਂ ਤੇਰਾ ਮਾਲਕ ਹਾਂ। ਜੇ ਤੂੰ ਮੇਰੇ ਬਿਨਾ ਕੁਝ ਨਹੀਂ ਤੇ ਫਿਰ ਮੇਰੇ ਹਾਲਾਤ ਵੀ ਐਸੇ, ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਉਹੀ ਕੁਝ ਉਹਦੇ ਸੇਵਕ ਦਾ ਬਣ ਜਾਂਦਾ ਹੈ ਜੋ ਕੁਝ ਉਸ ਠਾਕੁਰ ਦਾ ਹੈ। ਦੇਖੋ ਨਾ ਕਿੰਨੇ ਸੋਹਣੇ ਹਾਲਾਤ ਤੇ ਕਿੰਨਾ ਸੋਹਣਾ ਪ੍ਰੇਮ ਭਾਵ ਸਤਿਗੁਰੂ ਜੀ ਬਾਣੀ 'ਚ ਪ੍ਰਗਟ ਕਰਦੇ ਕਿ ਅਕਾਲ ਪੁਰਖ ਜੀਓ ਆਪਾਂ ਬਣਾਇਆ ਤੁਹਾਡੇ ਨਾਲ ਪ੍ਰੇਮ, ਤੁਹਾਡੇ ਨਾਲ ਪ੍ਰੇਮ ਐਸਾ ਪਾਇਆ ਕਿ ਉਸ ਪ੍ਰੇਮ ਸਦਕਾ ਤੁਹਾਨੂੰ ਸਾਨੂੰ ਨਿਵਾਜਣਾ ਪਿਆ। ਤੁਸੀਂ ਸਾਨੂੰ ਨਿਵਾਜ ਕੇ ਸਾਡੀ ਸਿਲਕ ਕੱਟੀ, ਸਾਡੀ ਬੇੜੀ ਕੱਟੀ, ਸਾਡੇ ਬੰਧਨ ਕੱਟੇ, ਪਰ ਜਿਹੜੇ ਬੰਧਨ ਤੁਸੀਂ ਕੱਟੇ ਉਹ ਤੁਹਾਡੀ ਰਹਿਮਤ ਸਦਕਾ ਸਾਨੂੰ ਆਜ਼ਾਦੀ ਤੇ ਸਾਨੂੰ ਖਲਾਸੀ ਮਿਲੀ। ਤੁਹਾਡੇ ਪ੍ਰੇਮ ਵਿੱਚ ਅਸੀਂ ਮਗਨ ਹੋਏ ਤੇ ਇੰਨਾ ਕੁ ਪ੍ਰੇਮ ਤੁਹਾਡੇ ਨਾਲ ਪਾਇਆ, ਫਿਰ ਤੁਹਾਨੂੰ ਅਸੀਂ ਆਪਣੇ ਪ੍ਰੇਮ ਵਿੱਚ ਬੰਨਿਆ। ਹੁਣ ਜਦੋਂ ਦਾ ਤੁਹਾਨੂੰ ਆਪਣੇ ਪ੍ਰੇਮ ਵਿੱਚ ਬੰਨਿਆ ਤੇ ਪਰਮੇਸ਼ਵਰ ਜੀਓ ਉਸ ਦਿਨ ਤੋਂ ਕੋਈ ਚਿੰਤਾ ਕੋਈ ਖੌਫ ਨਹੀਂ ਰਿਹਾ
ਕਿਉਂਕਿ ਉਸ ਦਿਨ ਤੋਂ ਤੁਸੀਂ ਸਾਡੇ ਸਿਰ ਉੱਤੇ ਮੌਜੂਦ ਹੋ, ਹਰ ਵਕਤ ਸਾਡੇ ਸਿਰ ਤੇ ਬੈਠੇ ਹੋ ਤੇ ਸਾਡੀ ਪੱਤ ਸਾਡੀ ਇੱਜ਼ਤ ਹਰ ਪਾਸੇ ਤੋਂ ਢੱਕਦੇ ਹੋ। ਔਰ ਇੰਨਾ ਪ੍ਰੇਮ ਭਾਵ ਪ੍ਰਗਟ ਕੀਤਾ ਵੀ ਹੁਣ ਤੁਸੀਂ ਆਪ ਛੁੱਟ ਕੇ ਵਿਖਾਓ, ਕਰੋ ਜਿਹੜਾ ਯਤਨ ਤੁਸੀਂ ਸਾਡੇ ਪ੍ਰੇਮ ਦੇ ਬੰਧਨਾਂ ਵਿੱਚੋਂ ਛੁੱਟਣ ਦਾ ਕਰਨਾ ਹੈ, ਕਿਉਂਕਿ ਅਸੀਂ ਤੇ ਤੁਹਾਨੂੰ ਅਰਾਧ ਕੇ ਆਪਣੀ ਜੀਵਨ ਵਿਚਲੇ ਬੰਧਨਾਂ ਤੋਂ ਆਜ਼ਾਦ ਹੋ ਗਏ। ਰੱਬ ਜੀਓ, ਤੁਸੀਂ ਸਾਡੇ ਪ੍ਰੇਮ ਦੇ ਬੰਧਨਾਂ ਤੋਂ ਕਿਵੇਂ ਆਜ਼ਾਦ ਹੋਵੋਗੇ? ਜਿਵੇਂ ਆਪਾਂ ਮਾਲਕ ਜੀ ਦਾ ਪਾਵਨ ਬਚਨ ਪੜ੍ਹਿਆ ਨਾ, ਜਬ ਤੁਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ। ਅਸੀਂ ਤੇ ਤੇਰੀ ਆਰਾਧਨਾ ਕਰਕੇ ਛੁੱਟ ਗਏ, ਬਚ ਗਏ, ਤੂੰ ਆਪਣੇ ਛੁੱਟਣ ਵਾਸਤੇ ਯਤਨ ਕਰ, ਕਿਉਂਕਿ ਜਿਨ੍ਹਾਂ ਬੰਧਨਾਂ ਨਾਲ ਅਸੀਂ ਬੰਨੇ ਆ ਉਹ ਬੰਧਨ ਨਾ ਤੇ ਤੂੰ ਉਹਨਾਂ ਤੋਂ ਕਦੇ ਆਜ਼ਾਦ ਹੋ ਸਕਦਾ ਹੈ, ਨਾ ਹੀ ਉਹਨਾਂ ਤੋਂ ਆਜ਼ਾਦ ਹੋਣ ਵਾਸਤੇ ਤੇਰੇ ਕੋਲ ਕੋਈ ਯਤਨ ਤੇ ਕੋਈ ਉਪਰਾਲਾ ਹੈ। ਕਿਉਂਕਿ ਮਾਲਕ ਜੀਓ, ਤੁਹਾਡੇ ਨਾਮ ਨਾਲ ਇੱਕ ਲਫ਼ਜ਼ ਲੱਗਦਾ, ਤੁਸੀਂ ਭਗਤ ਵਛਲ ਹੋ, ਭਗਤੀ ਨਾਲ ਪ੍ਰੇਮ ਕਰਨ ਵਾਲੇ ਹੋ, ਭਗਤਾਂ ਨੂੰ ਪਿਆਰ ਕਰਨ ਵਾਲੇ ਹੋ, ਤੇ ਜਿਹੜਾ ਆਪਣੇ ਭਗਤਾਂ ਨੂੰ ਪ੍ਰੇਮ ਕਰਦਾ ਉਹ ਕਦੇ ਪ੍ਰੇਮ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੁੰਦਾ। ਹਮੇਸ਼ਾ ਤੁਸੀਂ ਸਾਡੇ ਪ੍ਰੇਮ ਦੇ ਬੰਧਨਾਂ ਵਿੱਚੋਂ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਠਾਕੁਰ ਹੀ ਸੰਗ ਜ਼ਾਹਰ ਜੀਓ। ਫਿਰ ਮਾਲਕ ਦੇ ਨਾਮ ਉੱਤੇ ਸੇਵਕ ਨਿਵਾਜਿਆ ਜਾਣ ਲੱਗ ਜਾਂਦਾ ਹੈ, ਸੇਵਕ ਜਾਣਿਆ ਜਾਣ ਲੱਗਦਾ ਹੈ ਆਪਣੇ ਮਾਲਕ ਦੇ ਨਾਮ ਉੱਤੇ। ਆਪਣੇ ਠਾਕੁਰ ਜੋ ਪਹਿਰਾਇਆ, ਬਹੁਰ ਨਾ ਲੇਖਾ ਪੁੱਛ ਬੁਲਾਇਆ, ਤਿਸ ਸੇਵਕ ਕੈ ਨਾਨਕ ਕੁਰਬਾਨੀ, ਸੋ ਗਹਿਰ ਗੰਭੀਰਾ ਗੌਹਰ ਜੀਓ। ਆਪਣੇ ਮਾਲਕ ਦਾ ਹੱਥ ਸਿਰ ਉੱਤੇ ਹੋਣਾ ਬੜੀ ਵੱਡੀ ਖੁਸ਼ਕਿਸਮਤੀ, ਖੁਸ਼ ਨਸੀਬੀ ਕਹਿ ਸਕਦੇ ਹਾਂ। ਜਿਸ ਸੇਵਕ ਉੱਤੇ ਮਾਲਕ ਦਾ ਹੱਥ ਆ ਜਾਂਦਾ ਹੈ, ਜਿਸ ਚਾਕਰ ਦੇ ਉੱਤੇ ਠਾਕੁਰ ਹੱਥ ਰੱਖ ਦਏ, ਸਿਰ ਉੱਤੇ ਹੱਥ ਰੱਖ ਦਏ, ਉਹ ਸੇਵਕ ਠਾਕੁਰ ਦੇ ਨਾਮ ਨਾਲ ਜਾਣਿਆ ਜਾਣ ਲੱਗ ਜਾਂਦਾ ਹੈ ਵੀ ਇਹ ਉਸ ਦਾ ਚਾਕਰ ਹੈ, ਉਹਦਾ ਸੇਵਕ ਹੈ। ਫਿਰ ਜਿੰਨੀ ਬਖਸ਼ਿਸ਼, ਜਿੰਨੀ ਰਹਿਮਤ ਕਿਉਂਕਿ ਜਿੰਨੀ ਰਹਿਮਤ ਮਿਲਣੀ, ਜਿੰਨੀ ਬਖਸ਼ਿਸ਼ ਮਿਲਣੀ, ਉਹ ਠਾਕੁਰ ਦੇ ਨਾਮ ਨੂੰ ਮਿਲਣੀ। ਸੇਵਕ ਨੂੰ ਭਾਵੇਂ ਕੋਈ ਨਾ ਜਾਣੇ, ਸੇਵਕ ਹੋਰ ਵੀ ਬਹੁਤ ਨੇ, ਚਾਕਰ ਹੋਰ ਵੀ ਬੜੇ। ਜਿਵੇਂ ਇੱਕ ਮਾਲਕ, ਉਹਦੇ ਘਰ ਵਿੱਚ 10 ਨੌਕਰ ਨੇ, ਉਹਨਾਂ 10 ਦੇ ਵਿੱਚੋਂ ਉਹਦੀ ਪ੍ਰਸੰਨਤਾ ਦਾ ਪਾਤਰ ਇੱਕ ਹੈ, ਬਾਕੀ 9 ਵੀ ਨੌਕਰ ਨੇ, 9 ਵੀ ਚਾਕਰ ਨੇ, ਪਰ ਇੱਕ ਸੇਵਕ ਉਹ ਹੈ ਜਿਹੜਾ ਉਹਦੇ ਨਾਮ ਨਾਲ ਸਾਰੇ ਪਾਸੇ ਜਾਣਿਆ ਜਾਂਦਾ ਹੈ। ਜਦੋਂ ਉਹ ਕਿਤੇ ਜਾਵੇ ਉਹਨੂੰ ਨਿਵਾਜਿਆ ਜਾਂਦਾ ਹੈ, ਉਹਨੂੰ ਬਖਸ਼ਿਸ਼ ਮਿਲਦੀ ਹੈ, ਉਹਦੇ ਸੇਵਕ ਨੂੰ ਉਹ ਠਾਕੁਰ ਦੇ ਮੁਖ ਕਰਕੇ ਜਾਂ ਠਾਕੁਰ ਦੇ ਲਿਹਾਜ਼ ਕਰਕੇ ਕਹਿ ਲਓ, ਜਿੰਨਾ ਇੱਜ਼ਤ, ਜਿੰਨਾ ਮਾਣ, ਜਿੰਨਾ ਅਦਬ, ਜਿੰਨਾ ਸਨਮਾਨ ਮਿਲਿਆ ਉਹ ਕੇਵਲ ਮਾਲਕ ਦੇ ਮੁਖ ਨੂੰ ਮਿਲਦਾ ਹੈ। ਚਾਕਰ ਨੂੰ ਕਦੇ ਸਨਮਾਨ ਤੇ ਅਦਬ ਸ਼ਾਇਦ ਨਾ ਮਿਲੇ। ਜਦੋਂ ਆਪਾਂ ਆਪਣਾ ਜ਼ਿਕਰ ਕਰਾਂਗੇ, ਆਪਾਂ ਸੰਸਾਰਕ ਤੌਰ ਤੇ ਵਿਚਰਦੇ ਹਾਂ, ਲੋਕ ਬਹੁਤ ਨੇ ਸੰਸਾਰ ਤੇ ਵਿਚਰਦੇ, ਪਰ ਜਦੋਂ ਆਪਣੇ ਵੱਲ ਝਾਤ ਮਾਰੀ ਦੀ ਫਿਰ ਨਜ਼ਰ ਨਹੀਂ ਪੈਂਦਾ ਮਾਲਕ ਜੀਓ, ਅੱਜ ਜਿੰਨਾ ਅਦਬ, ਜਿੰਨਾ ਸਤਿਕਾਰ, ਜਿੰਨੀ ਰਿਸਪੈਕਟ ਮਿਲਦੀ, ਇਹ ਸਾਰੀ ਦਾਤ, ਸਾਰੀ ਬਖਸ਼ਿਸ਼ ਤੁਹਾਡੇ ਕਰਕੇ ਹੈ। ਨਹੀਂ ਤੇ ਸਾਨੂੰ ਕੌਣ ਜਾਣਦਾ ਤੇ ਸਾਨੂੰ ਕੌਣ ਨਿਵਾਜਦਾ? ਇਹ ਸਾਰੀਆਂ ਬਖਸ਼ਿਸ਼ਾਂ ਤੁਹਾਡੀਆਂ ਹੀ ਰਹਿਮਤ ਵਰਤਾਈ ਹੋਈ, ਤੁਹਾਡੀਆਂ ਬਖਸ਼ਿਸ਼ਾਂ ਹੀ ਝੋਲੀ ਵਿੱਚ ਪਾਈਆਂ ਹੋਈਆਂ ਨੇ। ਕਿਉਂਕਿ ਜੇ ਅਸੀਂ ਭਾਵੇਂ ਮੁੱਖ ਕਰਕੇ ਹਾਂ, ਭਾਵੇਂ ਲੋਕ ਵਿਖਾਵੇ ਵਾਸਤੇ ਹਾਂ, ਜਾਣੇ ਅਸੀਂ ਤੁਹਾਡੇ ਸੇਵਕ, ਤੁਹਾਡੇ ਚਾਕਰ ਜਾਣੇ ਹਾਂ, ਜਿਸ ਕਰਕੇ ਬਖਸ਼ਿਸ਼ ਤੇ ਵਡਿਆਈ ਤੁਸੀਂ ਸਾਡੀ ਝੋਲੀ ਵਿੱਚ ਪਾਉਂਦੇ ਹੋ। ਮੰਨ ਲਓ ਇੱਕ ਸਿਰਫ ਉਦਾਹਰਨ, ਇੱਕ ਜੀਵ ਹੈ, ਇੱਕ ਮਨੁੱਖ ਹੈ ਜਿਹੜਾ ਪਰਮੇਸ਼ਵਰ ਦਾ ਸੇਵਕ ਬਣ ਕੇ ਵਿਚਰ ਰਿਹਾ। ਹੁਣ ਉਹ ਪਰਮੇਸ਼ਵਰ ਦਾ ਸੇਵਕ ਬਣ ਕੇ ਵਿਚਰ ਰਿਹਾ, ਲੋਕ ਉਹਨੂੰ ਅਦਬ ਵੀ ਦੇ ਰਹੇ, ਸਤਿਕਾਰ ਵੀ ਦੇ ਰਹੇ, ਉਹਦਾ ਮਾਣ ਵੀ ਕਰ ਰਹੇ, ਹਰ ਪਾਸਿਓਂ ਇੱਜ਼ਤ ਦੇ ਰਹੇ। ਉਹੀ ਮਨੁੱਖ ਰੱਬੀ ਸੇਵਾ ਛੱਡ ਕੇ, ਜਾਂ ਇਹਨੂੰ ਹੋਰ ਸੌਖੇ ਲਫ਼ਜ਼ਾਂ 'ਚ ਆਪਾਂ ਸਮਝੀਏ ਕਿ ਅੱਜ ਆਪਾਂ ਗੁਰੂ ਕੇ ਤਾਬੇਦਾਰ, ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠਣ ਵਾਲੇ ਸੇਵਕ ਨੂੰ ਅਸੀਂ ਗੁਰੂ ਕਾ ਵਜ਼ੀਰ ਕਹਿ ਕੇ ਨਿਵਾਜਦੇ ਹਾਂ। ਗੁਰੂ ਕਾ ਵਜ਼ੀਰ, ਗੁਰੂ ਕਾ ਸੇਵਕ ਕਹਿ ਕੇ ਨਿਵਾਜਿਆ।
ਉਹਨੂੰ ਦਿੱਤਾ ਜਾਣ ਵਾਲਾ ਜਿੰਨਾ ਅਦਬ ਜਿੰਨਾ ਸਤਿਕਾਰ ਹੈ ਉਹ ਕੇਵਲ ਗੁਰੂ ਕਰਕੇ ਹੈ। ਉਹਨੂੰ ਦਿੱਤਾ ਜਾਣ ਵਾਲੀ ਜਿੰਨੀ ਰਿਸਪੈਕਟ ਹੈ ਉਹ ਕੇਵਲ ਇਸ ਕਰਕੇ ਕਿਉਂਕਿ ਉਹ ਗੁਰੂ ਕਾ ਵਜ਼ੀਰ ਹੈ, ਜਾਂ ਉਹਦੇ ਕੋਲ ਗੁਰੂ ਕੀ ਬਖਸ਼ਿਸ਼ ਕਹਿ ਲੋ, ਗੁਰੂ ਰਹਿਮਤ ਕਹਿ ਲੋ, ਉਹਦਾ ਸਰੂਪ ਗੁਰੂ ਵਾਲਾ, ਉਹਦਾ ਪਹਿਰਾਵਾ ਗੁਰੂ ਵਾਲਾ, ਉਹ ਜਿੰਨਾ ਅਦਬ ਜਿੰਨਾ ਸਤਿਕਾਰ ਹੈ ਕੇਵਲ ਗੁਰੂ ਕਰਕੇ। ਉਹੀ ਸ਼ਖਸੀਅਤ ਮੰਨ ਲਓ ਅੱਜ ਗੁਰੂ ਤੋਂ ਬੇਮੁਖ ਹੋ ਕੇ ਸਮਾਜ ਵਿੱਚ ਵਿਚਰਨ ਲੱਗ ਜਾਏ, ਕੀ ਅਸੀਂ ਉਹਨੂੰ ਅਦਬ ਦੇਵਾਂਗੇ? ਕੀ ਅਸੀਂ ਸਤਿਕਾਰ ਦੇਵਾਂਗੇ? ਹੋ ਸਕਦਾ ਹੈ ਕਿ ਜਿੰਨਾ ਅਦਬ ਜਿੰਨਾ ਸਤਿਕਾਰ ਉਹਦਾ ਪਹਿਲੋਂ ਸਾਡੀਆਂ ਨਜ਼ਰਾਂ ਵਿੱਚ ਸੀ, ਹੁਣ ਉਦੋਂ ਕਿਤੇ ਜ਼ਿਆਦਾ ਉਹਦੇ ਲਈ ਸਾਡੀਆਂ ਨਜ਼ਰਾਂ ਵਿੱਚ ਬੇਪੱਤੀ ਤੇ ਬੇਇੱਜ਼ਤੀ ਭਰੀ ਜਾਏ, ਕਿਉਂਕਿ ਪਹਿਲੋਂ ਸੀ ਜਿੰਨੀ ਉਹਦੇ ਉੱਤੇ ਸਾਡਾ ਅਦਬ ਸਾਡਾ ਸਤਿਕਾਰ ਉਹ ਗੁਰੂ ਕਰਕੇ ਸੀ। ਅੱਜ ਉਹ ਗੁਰੂ ਤੋਂ ਬੇਮੁਖ ਹੋਇਆ ਤੇ ਉਹ ਸਾਰਾ ਅਦਬ ਸਤਿਕਾਰ ਵੀ ਜਾਂਦਾ ਰਿਹਾ। ਸਗੋਂ ਇੱਥੋਂ ਤੱਕ ਵੀ ਆਖ ਦਿੱਤਾ ਜਿਹੜਾ ਗੁਰੂ ਦਾ ਨਹੀਂ ਬਣਿਆ ਉਹਨੇ ਸਾਡਾ ਕੀ ਬਣਨਾ, ਜਿਹੜਾ ਗੁਰੂ ਦੀ ਸੇਵਾ ਨਹੀਂ ਕਮਾ ਸਕਿਆ ਉਹਨੇ ਸਾਡੇ ਕੋਲ ਕੀ ਖੜੋਣਾ, ਤੇ ਅਸੀਂ ਇਨਕਾਰੀ ਹੋ ਗਏ। ਇਸ ਲਈ ਜਿਹੜਾ ਪੱਖ ਆਪ ਜੀ ਦੇ ਸਨਮੁਖ ਮੈਂ ਰੱਖ ਰਿਹਾ, ਮਾਲਕ ਜੀ ਕਹਿੰਦੇ ਆਪਣੇ ਠਾਕੁਰ ਜੋ ਪਹਿਰਾਇਆ, ਜਿਹਨੂੰ ਆਪਣਾ ਠਾਕੁਰ ਸੇਵਕ ਨੂੰ ਨਿਵਾਜ ਦੇ, ਜਿਸ ਸੇਵਕ ਦੇ ਗਲ ਵਿੱਚ ਮਾਲਕ ਸਿਰੋਂ ਪਾਓ ਪਾ ਦੇ, ਜਿਹਨੂੰ ਆਪਣਾ ਮਾਲਕ ਆਪਣੇ ਸੇਵਕ ਉੱਤੇ ਬਖਸ਼ਿਸ਼ ਵਰਤਾਉਂਦਾ ਹੋਇਆ ਆਪਣਾ ਨਾਮਨਾ ਦੇ ਦੇ ਕਿ ਜਿਸ ਪਾਸੇ ਜਾਵੇਂ ਉੱਥੇ ਜਾ ਕੇ ਮੇਰਾ ਜ਼ਿਕਰ ਕਰੀ, ਮੈਂ ਉਹਦਾ ਚੱਕ ਰਿਹਾ। ਮਾਲਕ ਪਾਤਸ਼ਾਹ ਕਹਿੰਦੇ ਬਹੁਰ ਨਾ ਲੇਖਾ ਪੁੱਛ ਬੁਲਾਇਆ, ਬਸ ਇੱਕ ਵਾਰੀ ਆਪਣੀ ਜ਼ੁਬਾਨ ਤੋਂ ਆਖਣ ਦੀ ਦੇਰ ਹੈ ਕਿ ਮੈਂ ਉਹਦਾ ਸੇਵਕ ਉਹਦਾ ਚਾਕਰ ਹਾਂ, ਉਹਨੇ ਭੇਜਿਆ। ਫਿਰ ਦੁਬਾਰਾ ਨਾ ਕੋਈ ਲੇਖਾ ਪੁੱਛਦਾ ਤੇ ਨਾ ਕੋਈ ਜੋਖਾ ਪੁੱਛਦਾ। ਫਿਰ ਉਦੋਂ ਸਿਰਫ ਨਿਵਾਜਿਆ ਜਾਂਦਾ ਹੈ, ਉਦੋਂ ਬਿਠਾਇਆ ਜਾਂਦਾ ਹੈ, ਅਦਬ ਤੇ ਸਤਿਕਾਰ ਦਿੱਤਾ ਜਾਂਦਾ ਹੈ। ਜਦੋਂ ਆਪਾਂ ਸੰਸਾਰਿਕ ਤੌਰ ਤੇ ਵੀ ਵੇਖਦੇ ਹਾਂ, ਇੱਕ ਬਹੁਤ ਵੱਡੀ ਸ਼ਖਸੀਅਤ ਉਹਨੇ ਆਪਣਾ ਸੇਵਕ ਕਿਸੇ ਦੇ ਘਰ ਭੇਜਿਆ, ਕਿਸੇ ਕੋਲ ਭੇਜਿਆ, ਉਹਨੇ ਜਾ ਕੇ ਉਹਨਾਂ ਦੇ ਘਰੇ ਦਸਤਕ ਦਿੱਤਾ, ਪੁੱਛਿਆ ਵੀ ਕਿੱਧਰ ਆਏ ਹੋ, ਕਿਉਂ ਆਏ ਹੋ? ਉਹਨੇ ਸਿਰਫ ਇੱਕੋ ਲਫ਼ਜ਼ ਵਰਤਿਆ, ਮੈਨੂੰ ਫਲਾਣੇ ਨੇ ਭੇਜਿਆ। ਉਹੀ ਘਰ, ਉਹੀ ਪਰਿਵਾਰ, ਉਹੀ ਮਨੁੱਖ ਜਿਨ੍ਹਾਂ ਨੇ ਦਰਵਾਜ਼ੇ ਤੇ ਖੜਾ ਕੇ ਰੱਖਿਆ ਸੀ, ਉਸੇ ਨੂੰ ਬਾਹੋਂ ਪਕੜ ਕੇ ਆਖਦੇ ਆ ਜਾ ਸੱਜਣਾ ਅੰਦਰ ਆ, ਬੈਠ, ਜਲ ਪਾਣੀ ਕਿਸ ਸੇਵਾ ਦੀ ਜ਼ਰੂਰਤ ਹੈ, ਤੁਹਾਡੀ ਸੇਵਾ ਕਿਸ ਢੰਗ ਨਾਲ ਕਰ ਸਕਦੇ ਆ, ਜਿਵੇਂ ਆਖੋਗੇ ਉਸੇ ਪ੍ਰਕਾਰ ਸੇਵਾ ਕਮਾਵਾਂਗੇ। ਹਾਂ ਜਿਹੜਾ ਕਾਰਜ ਕਰਨਾ ਹੈ ਉਹ ਤੇ ਕਰਨਾ ਹੀ ਹੈ, ਪਰ ਉਦੋਂ ਬਿਨਾ ਅਸੀਂ ਤੁਹਾਡੀ ਸੇਵਾ ਕੀ ਕਮਾ ਸਕਦੇ? ਸਿਰਫ ਇੱਕ ਮਾਲਕ ਦੇ ਮੁਖ ਕਰਕੇ। ਨਹੀਂ ਤੇ ਚਾਕਰ ਹੋਰ ਵੀ ਦਰਾਂ ਤੇ ਜਾਂਦੇ ਨੇ, ਸੇਵਕ ਹੋਰ ਵੀ ਦਰਾਂ ਤੇ ਜਾਂਦੇ। ਜਿੰਨਾ ਅਦਬ ਜਿੰਨਾ ਸਤਿਕਾਰ ਮਿਲਦਾ ਉਹ ਕੇਵਲ ਰੱਬ ਦੇ, ਉਹ ਕੇਵਲ ਆਪਣੇ ਮਾਲਕ ਦੇ ਮੁਖ ਕਰਕੇ ਮਿਲਦਾ, ਉਦੋਂ ਬਿਨਾ ਨਹੀਂ। ਜਿੰਨਾ ਚਿਰ ਮਾਲਕ ਦੇ ਬਣ ਕੇ ਰਵਾਂਗੇ ਉਹਨਾਂ ਚਿਰ ਨਾ ਤੇ ਅਦਬ ਦੀ ਕਮੀ ਆਏਗੀ ਨਾ ਸਤਿਕਾਰ ਦੀ, ਉਹ ਮਾਲਕ ਆਪ ਨਿਵਾਜਣ ਵਾਲਾ ਹੈ। ਹਾਂ ਜਿੱਦਣ ਮਾਲਕ ਤੋਂ ਬੇਮੁਖ ਹੋ ਜਾਵਾਂਗੇ ਉਦਣ ਇੱਜ਼ਤ ਵੀ ਚਲੀ ਜਾਏਗੀ, ਪੱਤ ਵੀ ਚਲੀ ਜਾਏਗੀ, ਉਦਣ ਨਾ ਅਦਬ ਮਿਲਣਾ ਤੇ ਨਾ ਸਤਿਕਾਰ ਮਿਲਣਾ। ਇਸ ਲਈ ਕੋਸ਼ਿਸ਼ ਕਰੀਏ ਕਿ ਅਸੀਂ ਉਸ ਮਾਲਕ ਦੇ ਚਾਕਰ ਹਰ ਵਕਤ ਬਣ ਕੇ ਰਹੀਏ ਕਿ ਉਹ ਮਾਲਕ ਸਾਨੂੰ ਨਿਵਾਜਦਾ, ਸਾਨੂੰ ਬਖਸ਼ਦਾ ਰਹੇ। ਤੇ ਸਾਹਿਬ ਆਖਦੇ ਕਿ ਉਹ ਪਰਮੇਸ਼ਵਰ ਜੀ ਜਿਸ ਸੇਵਕ ਨੂੰ ਆਪ ਨਿਵਾਜ ਦਿੰਦੇ, ਮਾਲਕ ਪਾਤਸ਼ਾਹੀ ਦਾ ਇੱਕ ਪਾਵਨ ਬਚਨ ਬੜਾ ਪਿਆਰਾ, ਸਤਿਗੁਰੂ ਕਹਿੰਦੇ ਉੱਥੇ ਮਾਲਕ ਪਾਤਸ਼ਾਹ ਨੇ ਜ਼ਿਕਰ ਕਰਦੇ ਆ ਨਾ, ਆਖਿਆ ਜਮਦੂਤਾਂ ਦਾ ਜ਼ਿਕਰ ਕੀਤਾ। ਸਤਿਗੁਰੂ ਜੀ ਜ਼ਿਕਰ ਕਰਦੇ ਆ, ਆਖਦੇ ਜਹ ਕੀਰਤਨ ਗੋਬਿੰਦ ਭਜਨ, ਕਿ ਜਿਸ ਜਗ੍ਹਾ ਦੇ ਉੱਤੇ ਅਕਾਲ ਪੁਰਖ ਪਰਮੇਸ਼ਵਰ ਦੀ ਬੰਦਗੀ ਤੇ ਕੀਰਤਨ ਨਿਤਾ ਪ੍ਰਤੀ ਹੋ ਰਿਹਾ, ਰੱਬ ਦੀ ਵਡਿਆਈ ਨਿਤਾ ਪ੍ਰਤੀ ਹੋ ਰਹੀ ਹੈ, ਉੱਥੇ ਧਰਮ ਰਾਜ ਵੀ ਜਿਹੜਾ ਮੰਨਿਆ ਜਾਂਦਾ ਹੈ, ਉਹ ਧਰਮ ਰਾਜ ਨੇ ਆਪਣੇ ਦੂਤਾਂ ਨੂੰ ਆਖ ਕੇ ਰੱਖਿਆ ਕਿ ਉੱਥੇ ਤੁਸੀਂ ਜਾਣਾ ਨਹੀਂ, ਉਸ ਜਗ੍ਹਾ ਉੱਤੇ ਤੁਸੀਂ ਪਹੁੰਚਣਾ ਨਹੀਂ, ਮੁੜ ਕੇ ਨਾ ਤੇ ਤੁਸੀਂ ਬਚਣਾ ਤੇ ਨਾ ਮੈਂ ਤੁਹਾਨੂੰ ਛਡਾ ਸਕਦਾ ਤੇ ਨਾ ਮੈਂ ਛੱਡਿਆ ਜਾਣਾ। ਹਾਂ ਮੈਂ ਵੀ ਬੰਨਿਆ ਜਾਵਾਂਗਾ ਤੇ ਤੁਸੀਂ ਵੀ ਬੰਨੇ ਜਾਣਾ। ਸਿਰਫ ਇੱਕ ਮਾਲਕ ਦੇ ਮੁਖ ਕਰਕੇ, ਇੱਕ ਰੱਬੀ ਨਾਮ ਕਰਕੇ, ਉਦੋਂ ਬਿਨਾ ਨਹੀਂ। ਜੇ ਉਹ ਪਰਮੇਸ਼ਵਰ ਸਾਡਾ ਮਾਲਕ ਹੈ ਤੇ ਸਾਰੇ ਪਾਸਿਓਂ ਨਿਵਾਜੇਗਾ। ਜਿਵੇਂ ਆਪਾਂ ਮਾਲਕ ਪਾਤਸ਼ਾਹ ਜੀ ਦਾ ਬਚਨ ਪੜਿਆ, ਸਤਿਗੁਰੂ ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਸਿਰਫ ਇੱਕ ਅਕਾਲ ਪੁਰਖ ਪਰਮੇਸ਼ਵਰ ਦੇ ਮੁਖ ਕਰਕੇ, ਉਹਦੇ ਨਾਮ ਕਰਕੇ। ਜਦੋਂ ਉਹਦੇ ਨਾਮ ਦਾ ਜ਼ਿਕਰ ਆਉਂਦਾ ਤੇ ਬਾਪੂ ਜੀ ਕਹਿੰਦੇ ਰੇ ਰੇ ਦਰਗਾਹ ਕਹੇ ਨਾ ਕੋਊ,
आओ बैठ आदर शुभ देऊ। फिर सारे पासे अदब ते सत्कार है। ते जे ओही ओदा अदब, ओही साडे कोल ओदा नाम ते ओदा चिंतन ना होवे, अपने मालिक दा बख्शिश साडे कोल ना होवे, ते ओही दर है, ओही घर है जिस घर दे विच अदब सत्कार मिलण दी बजाय धक्के वजन लग जांदे। भी तू किस पासे आया है जां किहड़े पासियों चल के आया है, ना असीं तैनू जाणदे आ, ना तेरे नाल साडा कोई लिहाज है, ना तेरे नाल साडा कोई कार ते विहार है। जे ओही मनुख किते आखदे मैनू फलाणे मालिक ने भेजिया है, ते ओही मनुख फिर नवाजिया जांदा है। खैर साहिब ने आख्या कि अपने ठाकुर जो पहराया, बाहुर ना लेखा पुछ बुलाया, तिस सेवक कै नानक कुर्बानी। कहंदे नानक जी उस सेवक तो कुर्बान जांदे ने। सो गहर गंभीरा गौहर जियो, ओ सियाणा है सेवक, ओ अकलबंद है, सियाणा है, दाना है, ओ डूंगी सोच दा मालिक है। ओ सेवक जिहड़ा हर वक्त अपने मालिक दी सेवा विच तत्पर है। इसे करके धन गुरु अर्जन साहब जी ने भी बाणी अंदर जिक्र करते हैं बड़े प्यारे बोल आखे, जिस ठाकुर से नाही चारा ताको कीजै सद नमस्कारा। असीं ओदे सेवक हाँ, साडा ओदे अगे चारा कोई नहीं, ओदे अगे सिर्फ अरज़ोइयां ते बेनतियां ने, ओदे अगे सिर्फ अरदास है, ओदे अगे कदे हुक्म नहीं चलदा। नाल क्योंकि जदों मालिक जी की पावन बाणी पढ़ते हैं ना, ते सतगुरु जी बाणी विच जिक्र करते हैं, इत्थों तक आखदे खसम नाल हुक्म नहीं चलदा, खसम नाल अरदास चलदी है। खसम अगे कदे भी हुक्म नहीं, खसम अगे बेनतियां परवानियां जांदियां। ते असीं साहिब अगे हथ जोड़ के अरजोई करनी, साहिब अगे असीं बेनती करनी है, मालिक अगे असीं हुक्म नहीं करना। वो साडा सबना दा सिर दा साईं है, वो सारियां दे उत्ते दया वरताउण वाला दयालु है। ते असीं केवल उस परमेश्वर अगे हथ जोड़ इहो आखना, तुम करो दया मेरे साईं, आप कृपा करके साडे उत्ते दया करो। ऐसी मत दीजै मेरे ठाकुर, आठ पहर तुद त्याई। हे मेरे मालिक जीओ, ऐसी मत दे के निवाजो कि असीं अठे पहर तुहाडी दया दे विच, तुहाडी रहमत सदका, तुहाडी बंदगी दे विच ते तुहाडे चिंतन दे विच असीं जुड़े रहिए। अज इस प्रकार धन गुरु अर्जन देव पातशाह जी सानू उपदेश दे के निवाजदे कि जिन्हां दा परमेश्वर दे नाल प्रेम बन जाता है, प्यार बन जाता है, ਉਹਦੇ ਵਿੱਚ ਲੀਨਤਾ ਹਾਸਲ ਕਰ ਲੈਂਦੇ ਨੇ। ਤੇ ਜਿਹੜੇ ਲੀਨਤਾ ਹਾਸਲ ਕਰ ਲੈਂਦੇ, ਫਿਰ ਜਿੰਨੀਆਂ ਬਖਸ਼ਿਸ਼ਾਂ ਮਾਲਕ ਕਰ ਸਕਦਾ ਉਨੀਆਂ ਹੀ ਰਹਿਮਤਾਂ ਝੋਲੀ ਵਿੱਚ ਪਾਉਂਦਾ। ਬਸ ਬਾਤ ਸਿਰਫ ਇਤਨੀ ਹੈ ਕਿ ਅਸੀਂ ਉਹਦੇ ਸੇਵਕ ਬਣ ਗਏ ਹਾਂ, ਕਿ ਅਸੀਂ ਉਹਦੇ ਨਾਲ ਇਕਮਿਕਤਾ ਹਾਸਲ ਕਰ ਲਈ ਹੈ, ਕਿ ਸਾਡੀ ਲੀਨਤਾ, ਸਾਡਾ ਪ੍ਰੇਮ ਉਹਦੇ ਨਾਲ ਬਣ ਗਿਆ ਹੈ। ਬਸ ਜਿੱਦਣ ਆਪਣੇ ਮਨਾਂ ਨੂੰ ਇਹ ਸਵਾਲ ਕਰਨਾ ਸ਼ੁਰੂ ਕਰ ਲਿਆ ਨਾ, ਉਦਣ ਕਿਤੇ ਨਾ ਕਿਤੇ ਮਨ ਆਖੇਗਾ, ਸੱਜਣਾ ਅਜੇ ਤੇ ਤੂੰ ਉਹਦੇ ਸੇਵਕਾਂ ਦੀ ਕਤਾਰ ਵਿੱਚ ਵੀ ਨਹੀਂ ਖੜੋਤਾ। ਜਿੱਦਣ ਉਹਦੇ ਨਾਲ ਪ੍ਰੇਮ ਬਣੇਗਾ, ਉਦਣ ਉਹ ਝੋਲੀਆਂ ਵੀ ਆਪੇ ਭਰੇਗਾ। ਅਸੀਂ ਝੋਲੀਆਂ ਫੈਲਾ ਕੇ ਤੇ ਬੈਠੇ ਹਾਂ, ਪਰ ਅਜੇ ਤੱਕ ਉਹਦੇ ਨਾਲ ਪ੍ਰੇਮ ਦੀ ਬਾਤ ਅਸੀਂ ਨਹੀਂ ਪਾਈ, ਪਿਆਰ ਦੀ ਬਾਤ ਨਹੀਂ ਪਾਈ। ਜਿੱਦਣ ਪ੍ਰੇਮ ਪਾ ਲਵਾਂਗੇ, ਉਦਣ ਝੋਲੀਆਂ ਫੈਲਾਉਣ ਦੀ ਲੋੜ ਨਹੀਂ ਪੈਣੀ, ਉਹ ਆਪੇ ਹੀ ਬਖਸ਼ਿਸ਼ਾਂ ਵਰਤਾਈ ਜਾਂਦਾ ਹੈ। बस साहिब अगे हथ जोड़ निता प्रति अरदासां ते अरज़ोइयां करते रहा करो। विसरना ही दातार, विसरना ही दातार, विसरना ही दातार, विसरना ही दातार। अपना नाम देहो, अपना नाम देहो, अपना नाम देहो, अपना नाम देहो।
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਆਪਣੇ ਠਾਕੁਰ ਜੋ ਪਹਿਰਾਇਆ, ਬਹੁਰ ਨਾ ਲੇਖਾ ਪੁੱਛ ਬੁਲਾਇਆ। ਤਿਸ ਸੇਵਕ ਕੈ ਨਾਨਕ ਕੁਰਬਾਨੀ, ਸੋ ਗਹਿਰ ਗੰਭੀਰਾ ਗੌਹਰ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।